परम सत्कार परम सत्कारयोग साध संगत मन बिरती कागड़ करने ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਆਖਰੀ ਸਾਲਾਂ ਵਿੱਚ ਇਹ ਸਮਾਗਮ ਕਰਵਾਉਣੇ ਮਲੇਰਕੋਟਲੇ ਤੋਂ ਸ਼ੁਰੂ ਕੀਤੇ। ਮੇਰੇ ਲਈ ਮੰਡੀ ਤੋਂ ਹੁਕਮ ਭੇਜਿਆ ਕਿ ਰਾਏਕੋਟ ਦਾ 5 ਅਗਸਤ ਦਾ ਮੇਲਾ ਉਹ ਜ਼ਰੂਰ ਕਰਨਾ। ਸਗਰਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਅਤੇ ਜਿਹੜੇ ਜੰਗਲਾਤ ਦੇ ਪੌਦੇ ਉਗਾਉਣ ਦੇ ਮਾਹਿਰ ਨੇ ਉਹਨਾਂ ਨੂੰ ਪਤਾ ਹੈ ਕੁਛ ਉਹ ਬੀਜ ਨੇ ਜਿਹੜੇ ਅੱਜ ਬੀਜੋ ਕੱਲ੍ਹ ਉੱਗ ਜਾਂਦੇ ਨੇ, ਕੋਈ ਕੱਲ੍ਹ ਪਰਸੋਂ ਉੱਗ ਜਾਂਦੇ ਨੇ, ਕੋਈ ਵੱਧ ਤੋਂ ਵੱਧ 8-10 ਦਿਨਾਂ ਦੇ ਵਿੱਚ ਪਰ ਕਈ ਸਾਗਵਾਨ ਵਰਗੇ ਐਸੇ ਬੀਜ ਨੇ ਜਿਹੜੇ 4-4 ਸਾਲ ਬਾਅਦ ਉੱਗਦੇ ਨੇ। ਪਰ ਉਹਨਾਂ ਦੀ ਉਮਰ ਬਹੁਤ ਦੱਸਦੇ ਨੇ ਕਿ 80-90-100 ਸਾਲ ਉਹਨਾਂ ਦੀ ਰੋਟੇਸ਼ਨ ਹੈ ਕਟਾਈ ਦੀ। ਤੋ ਇਸੇ ਤਰ੍ਹਾਂ ਹੀ ਇੰਨੇ ਪਵਿੱਤਰ ਲਹੂ ਵਾਲੇ ਸ਼ਹੀਦ ਜਿਹੜੇ ਨੇ ਉਹਨਾਂ ਦੀ ਵਾਰੀ ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ 1954 ਵਿੱਚ ਪਹਿਲਾਂ ਹੋਇਆ। 80 ਸਾਲ ਬਾਅਦ ਪਹਿਲਾ ਜਿਹੜਾ ਉਹਨਾਂ ਦਾ ਸਮਾਗਮ ਮਲੇਰਕੋਟਲੇ ਹੋਇਆ ਉਹ ਕਰੀਬ 80 ਸਾਲ ਬਾਅਦ ਹੋਇਆ। ਜਦ ਕਿ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਬੜੇ ਸਾਲ ਹੋ ਗਏ, ਪਰ ਇਹਦੇ ਵਿੱਚ ਅਸੀਂ ਇਹ ਸਮਝ ਸਕਦੇ ਹਾਂ ਕਿਸੇ ਦਾ ਕੋਈ ਇਖਤਿਆਰ ਨਹੀਂ, ਜੋ ਅਕਾਲ ਪੁਰਖ ਦੀ ਰਜ਼ਾ ਹੈ ਉਹਦੇ ਅਨੁਸਾਰ ਹੁੰਦਾ। ਅੱਜ ਜੇ ਮੇਰੇ ਖਿਆਲ ਅੱਜ ਦੇ ਅਖਬਾਰ ਪੜ੍ਹਿਆ ਸੀ ਨਾਮਧਾਰੀਆਂ ਬਾਰੇ ਕਿ ਆਜ਼ਾਦੀ ਹਿੰਦੁਸਤਾਨ ਦੀ ਆਜ਼ਾਦੀ ਅਤੇ ਨਾਮਧਾਰੀ ਲਹਿਰ ਉਹ ਇੱਕ ਲਹਿਰ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਇਉਂ ਲੱਗਦਾ ਹੈ ਕਿ ਨਾਮਧਾਰੀਆਂ ਨੂੰ ਸਿੱਖ ਨਹੀਂ ਸਮਝਿਆ ਜਾਂਦਾ। ਜਿਹੜੇ ਸਿੱਖ ਨਹੀਂ ਸਮਝਦੇ ਉਹ ਕੌਣ ਨੇ? ਉਹ ਨਾ ਹਿੰਦੂ ਨੇ, ਨਾ ਮੁਸਲਮਾਨ ਨੇ, ਨਾ ਈਸਾਈ ਨੇ। ਤੁਸੀਂ ਸਮਝ ਲਓ ਕੌਣ ਨੇ। ਪਰ ਜਿਸ ਤਰ੍ਹਾਂ ਸੰਤ ਜਗੀੜੇ ਵਾਲਿਆਂ ਨੇ ਆਖਿਆ ਸੀ ਭਈ ਐਤਕੀ ਸਨਮਾਨਿਤ ਕੀਤਾ ਗਿਆ, ਉਹ ਜਿਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਉਹ ਮੈਂ ਇੱਥੇ ਨਹੀਂ ਦੱਸਣਾ ਚਾਹੁੰਦਾ, ਪਰ ਫਿਰ ਵੀ ਚਲੋ ਜਿਸ ਤਰ੍ਹਾਂ ਵੀ ਹੋਇਆ ਇਕੱਠੇ ਤਾਂ ਹੋਏ ਹਾਂ, ਕੁਛ ਨਾ ਕੁਛ ਕੰਮ ਠੀਕ ਹੁੰਦਾ। ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਜਿਨ੍ਹਾਂ ਨੇ 1934 ਵਿੱਚ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕੀਤੀ ਅਤੇ ਕੁਝ ਲੀਡਰਾਂ ਨੇ ਆਖਿਆ ਅਸੀਂ ਤਾਂ ਜਾਵਾਂਗੇ ਜਿੱਥੇ 10 ਗੁਰੂਆਂ ਦੀ ਅਰਦਾਸ ਹੋਣੀ ਹੈ। ਉਹਨਾਂ ਨੇ ਆਖਿਆ ਤੁਸੀਂ ਭਾਵੇਂ ਇੱਕ ਦੀ ਕਰ ਲਓ। ਉੱਥੇ ਬਹੁਤ ਵੱਡਾ ਦਿਲ ਹੈ ਜਿਸ ਵਿੱਚ ਸਾਰੀ ਦੁਨੀਆ ਸਮਾਈ ਹੈ। ਉੱਥੇ 2-4 ਆਦਮੀ ਕੀ ਕਰ ਸਕਦੇ? ਉੱਥੇ ਫਿਰ ਜਿਹੜਾ ਸਵੇਰ ਦੀ ਆਸਾ ਦੀ ਵਾਰ ਹੁੰਦੀ ਸੀ ਉਹ ਆਪਣੇ ਨਾਮਧਾਰੀ ਕਹਿ ਦੇ ਮੁਤਾਬਕ ਲੱਗਦੀ ਸੀ ਅਤੇ ਉਹਦੇ ਵਿੱਚ ਪਾਤਸ਼ਾਹ ਤਾਰਾ ਸਿੰਘ ਜੀ, ਗਿਆਨੀ ਸ਼ੇਰ ਸਿੰਘ ਜੀ ਅਤੇ ਹੋਰ ਜਿੰਨੇ ਵੱਡੇ ਸਿੱਖ ਲੀਡਰ ਸਨ ਸਾਰੇ ਉਹਨਾਂ 'ਤੇ ਪਾਬੰਦੀ ਸੀ ਵੀ 4 ਵਜੇ ਤੱਕ ਪਹੁੰਚ ਜਾਣਾ ਉੱਥੇ। ਜਿਹੜੇ ਉਹਨਾਂ ਨਾਲ ਸ਼ਾਇਦ ਹਰੀ ਧਨ ਸਿੰਘ ਸੀ ਜਿਹੜੇ ਬਾਗੜੀਆਂ ਵਾਲੇ ਸਨ, ਚੜ੍ਹਾਈ ਕਰ ਗਏ ਨੇ, ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਉਸ ਸਮਾਗਮ ਦੇ ਵਿੱਚ ਸਾਂ ਕਿਉਂਕਿ ਉਹ ਸਾਰੇ ਲੀਡਰ ਤੜਕੇ ਉੱਠਣ ਦੇ ਆਦੀ ਨਹੀਂ ਸਨ ਅਤੇ ਉਹਨਾਂ ਨੂੰ ਨੀਂਦ ਆਉਣ ਲੱਗ ਪਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਪੜ੍ਹਿਆ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ। ਇਹ ਉਹਨਾਂ ਨੇ ਦੱਸਿਆ ਮੈਨੂੰ। ਅਤੇ ਸ਼ਾਮ ਦਾ ਦੀਵਾਨ ਜਿਹੜਾ ਲੱਗਦਾ ਸੀ ਉਹ ਸੱਚੇ ਪਾਤਸ਼ਾਹ ਚੌੜੀ ਨਹੀਂ ਸਨ ਕਰਾਉਣ ਦਿੰਦੇ। ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਬਾਗੜੀਆਂ ਵਾਲੇ
ਗ੍ਰੰਥ ਸਾਹਿਬ ਦੀ ਤਾਬੇ ਬੈਠਦੇ ਸਨ ਅਤੇ ਦਸਾਂ ਪਾਤਸ਼ਾਹਾਂ ਦੀ ਅਰਦਾਸ ਜਾਂ ਜੋ ਵੀ ਕੁਛ ਉਹਨਾਂ ਦੇ ਤਰੀਕੇ ਮੁਤਾਬਕ ਸਾਰੀ ਹੁੰਦੀ ਸੀ। ਸਾਡਾ ਸਟੇਜ ਕਿਦੋਂ ਨਹੀਂ ਟੁੱਟਿਆ, ਗੰਢਿਆ ਜ਼ਰੂਰ ਗਿਆ। ਪਰ ਜੇ ਇਸੇ ਤਰ੍ਹਾਂ ਹੀ ਬੜੀ ਹੈਰਾਨੀ ਹੁੰਦੀ ਹੈ ਕਿ ਸਾਡੇ 12 ਪੂਰੇ ਤਾਂ ਹੁੰਦੇ ਨੇ ਜੇ ਅਸੀਂ 10 ਗਿਣਦੇ ਹਾਂ। ਪਰ ਤੁਸੀਂ ਇਹ ਵੇਖੋ, ਧਿਆਨ ਕਰੋ, ਕੋਈ ਇਹਨਾਂ 10 ਗੁਰੂਆਂ ਦੇ ਕਿਸੇ ਵੀ ਗੁਰਦੁਆਰੇ ਨਾਮਧਾਰੀ ਜਾ ਕੇ ਦੀਵਾਨ ਲਾ ਸਕਦੇ? ਬਿਲਕੁਲ ਨੇੜੇ ਨਹੀਂ ਆਉਂਦੇ। ਐਵੇਂ ਜਾਪਦਾ ਜਿਸ ਤਰ੍ਹਾਂ ਉਹ ਸਮਝ ਰਹੇ ਸਾਡੇ ਗੁਰੂ ਨਹੀਂ ਹੈਗੇ। ਅਤੇ ਮੈਂ ਜੌਹਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ, ਇਹ ਬੜੇ ਇਹੋ ਜਿਹੇ ਆਦਮੀ ਨੇ ਵੀ ਕਿਸੇ ਥਾਂ ਗੱਲ ਨੂੰ ਹੱਥ ਨਹੀਂ ਪੈਣ ਦਿੰਦੇ। ਮੈਂ ਇਹਨਾਂ ਨੂੰ ਆਖਿਆ, ਇਹਨਾਂ ਨੇ ਇੱਕ ਪੰਜਾਬੀ ਕਾਨਫਰੰਸ ਹੋਈ ਤੇ ਮੈਨੂੰ ਆਖਿਆ ਵੀ ਤੂੰ ਉਹਦੇ 'ਚ ਅਗਵਾਈ ਕਰਨੀ ਹੈ। ਮੈਂ ਕਿਹਾ ਮੈਂ ਪੜ੍ਹਿਆ ਲਿਖਿਆ ਤਾਂ ਨਹੀਂ, ਅਤੇ ਪੜ੍ਹਿਆ ਲਿਖਿਆ ਦਾ ਕੰਮ ਉਹਨਾਂ ਨੇ ਮੇਰੇ ਪਿਤਾ ਨੂੰ ਕਿਸੇ ਨੇ ਆਖਿਆ ਸੀ ਤੁਸੀਂ ਕਿੰਨੇ ਪੜ੍ਹੇ? ਉਹਨੇ ਕਿਹਾ ਮੈਂ ਪੜ੍ਹਿਆ ਦਾ ਪਿਓ ਹਾਂ। ਇਹੋ ਜਿਹੀ ਗੱਲ ਕਰਦੇ ਜਿਹਦਾ ਕੋਈ ਜਵਾਬ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਅੱਜ ਇਹਨਾਂ ਨੇ ਗੱਲ ਕੀਤੀ। ਅਤੇ ਸੋ ਮੈਂ ਇਹ ਚਾਹਾਂਗਾ ਕੋਈ ਆਪਣੇ ਜਿਹੜੇ ਨਾਮਧਾਰੀ ਸਿੰਘ ਨੇ ਉਹ ਉਹਨਾਂ ਨੂੰ ਪਹੁੰਚ ਕਰਨ। ਜਿਹੜਾ ਮਲੇਰਕੋਟਲੇ ਦਾ ਮੇਲਾ ਹੋਣਾ ਉਹਦੇ ਵਿੱਚ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਭਈ ਅਸੀਂ ਸਾਰੇ ਇਕੱਠੇ ਹੋ ਕੇ ਗੱਲ ਕਰੀਏ ਅਤੇ ਉਹ ਗੱਲ ਪ੍ਰੈਸ ਵਿੱਚ ਜਾਵੇ ਅਤੇ TV ਵਗੈਰਾ 'ਤੇ ਹੋ ਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਉਹਦਾ ਪ੍ਰਸਾਰ ਹੋਵੇ, ਪ੍ਰਚਾਰ ਹੋਵੇ, ਲੋਕਾਂ ਤੱਕ ਪਤਾ ਲੱਗੇ। ਇੱਕ ਮੌਕਾ ਐਸਾ ਆਇਆ ਸੀ 1963 ਦੇ ਵਿੱਚ, ਭਗਵਾਨ ਦੀ ਕਿਰਪਾ ਨਾਲ 1863 ਦੇ ਵਿਆਹ ਦੀ ਯਾਦ ਮਨਾਈ ਸੀ। 150 ਦੇ ਕਰੀਬ ਵਿਆਹ ਹੋਇਆ ਸੀ ਅਤੇ ਉਹਦੇ ਵਿੱਚ ਤਕਰੀਬਨ 15-16 ਜਾਂ ਪਤਾ ਨਹੀਂ ਕਿੰਨੇ ਦੇਸ਼ਾਂ ਦੇ ਬਾਹਰਲੇ TV ਵਾਲੇ, ਜਰਮਨੀ ਵਾਲੇ, BBC ਵਾਲੇ ਬਹੁਤ ਸਾਰੇ ਆਏ ਸਨ। ਮਹਾਰਾਜ ਵੀਰ ਸਿੰਘ ਹੋਰੀ ਆਸਟ੍ਰੇਲੀਆ ਗਏ। ਉੱਥੇ ਇੱਕ ਗੋਰੀ ਨੇ ਪੁੱਛਿਆ ਤੁਸੀਂ ਉਹ ਜਿਹਨਾਂ ਦੇ ਵਿਆਹ ਇਸ ਤਰ੍ਹਾਂ ਹੁੰਦੇ ਨੇ? ਇਹਦਾ ਮਤਲਬ ਉਹ ਉੱਥੇ ਤੱਕ ਗੱਲ ਸਾਰੀ ਪਹੁੰਚੀ। ਇਸੇ ਤਰ੍ਹਾਂ ਹੀ ਮਲੇਰਕੋਟਲੇ ਦੇ ਮੇਲੇ 'ਤੇ ਜੇ ਅਸੀਂ ਕਰ ਸਕੀਏ ਕੋਈ ਇਹੋ ਜਿਹੀ ਕਮੇਟੀ ਬਣਾਈ ਜਾਏ ਜਿਹੜੀ ਆਪਣੀ ਮੀਟਿੰਗਾਂ ਕਰੇ, ਇਕੱਠੇ ਹੋਣ ਅਤੇ ਉਹਦੇ ਨਾਲ ਅਸੀਂ ਚੰਗੇ ਢੰਗ ਨਾਲ ਮੇਲਾ ਕਰ ਸਕੀਏ। ਸਾਨੂੰ ਸਹੁਰਾਂ ਦੀ ਐਸੀ ਰਿਜਾ ਹੈ, ਨਾਮਧਾਰੀਆਂ ਤੋਂ ਕੁਰਬਾਨੀ ਤਾਂ ਬੜੀ ਲੈ ਲਈ ਹੈ, ਪਰ ਸਾਨੂੰ ਇਹੋ ਜਿਹੇ ਕੰਮ ਦੀ ਜਾਂਚ ਨਹੀਂ ਆਉਂਦੀ ਜਿਹੜੀ ਅਖਬਾਰਾਂ ਵਿੱਚ ਅਸੀਂ ਆਖੀਏ ਵੀ ਅਸੀਂ ਇਹੋ ਜਿਹੇ ਹਾਂ, ਅਸੀਂ ਇਹੋ ਜਿਹੇ ਹਾਂ, ਇਹੋ ਜਿਹੇ। ਇਹ ਸਾਡੇ ਕੋਲ ਹੁੰਦਾ ਨਹੀਂ, ਜਾਂਚ ਨਹੀਂ ਆਉਂਦੀ। ਇੱਕ 1912 ਵਿੱਚ ਖਾਲਸਾ ਲਾਇਲਟੀ ਦੇ ਨਾਂ ਦਾ ਇੱਕ ਟਰੈਕਟ ਛਪਿਆ। ਸ਼ਾਇਦ ਮੈਂ ਜੌਹਰ ਸਾਹਿਬ ਨੂੰ ਦਿੱਤਾ ਹੋਵੇ, ਜੇ ਨਹੀਂ ਦਿੱਤਾ ਤਾਂ ਉਹ ਆਪਣੇ ਪ੍ਰਬੰਧਕ ਜ਼ਰੂਰ ਇਹਨਾਂ ਨੂੰ ਦੇਣ। ਕਈ ਆਦਮੀ ਪੁੱਛਦੇ ਨੇ ਵੀ ਤੁਹਾਡਾ ਅਤੇ ਦੂਜੇ ਸਿੱਖਾਂ ਦਾ ਕੀ ਫ਼ਰਕ ਹੈ? ਫ਼ਰਕ ਕੀ ਦੱਸੀਏ? ਭਈ ਉਸ ਸਿੱਖ ਲਾਇਲਟੀ ਦੇ ਵਿੱਚ ਇਹ ਛਪਿਆ ਹੈ ਕਿ ਜਿਸ ਤਰ੍ਹਾਂ ਸਾਨੂੰ ਕੱਛ, ਕੜਾ ਅਤੇ ਕੇਸ ਰੱਖਣ ਦਾ ਹੁਕਮ ਹੈ ਨਾ, ਇਸੇ ਤਰ੍ਹਾਂ ਹੀ ਜਾਰਜ ਪੰਚਮ ਦੀ ਜਿਹੜੀ ਲਾਇਲਟੀ ਨੂੰ ਕੀ ਆਖਦੇ, ਵਫਾਦਾਰੀ, ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਅੰਗਰੇਜ਼ ਦੀ ਭਗਤੀ ਕਰਨੀ, ਮੈਨੂੰ ਉਹ ਸਾਰੇ ਯਾਦ ਨਹੀਂ, ਮੈਂ ਇਹਨਾਂ ਨੂੰ ਦਿਆਂਗਾ ਅਤੇ ਛੇਤੀ ਯਾਦ ਕਰ ਲੈਣਗੇ, ਮੈਨੂੰ ਯਾਦ ਨਹੀਂ ਰਹਿੰਦੇ। ਅਤੇ ਉਹ ਫਰਕ ਕਿਵੇਂ ਮਿਟੇ? ਉਹ ਪੜ੍ਹਾਈ ਪੜ੍ਹੀ ਗਈ ਇਹੋ ਜਿਹੀ ਭਈ ਜਿਹੜੀ ਹੁਣ ਤੱਕ ਦਿਮਾਗਾਂ ਵਿੱਚੋਂ ਨਿਕਲ ਨਹੀਂ ਰਹੀ। ਹੁਣ ਵੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਦਿੱਲੀ ਵਿੱਚ ਗੁਰਦੁਆਰਾ ਇਲੈਕਸ਼ਨ ਹੋਈ ਅਤੇ ਇੱਕ ਆਪਣਾ ਨਾਮਧਾਰੀ ਸਿੰਘ ਸੁਲੱਖਣ ਸਿੰਘ ਵੀ ਇਲੈਕਸ਼ਨ ਲੜਦਾ ਅਤੇ ਉਹਦੇ ਖਿਲਾਫ ਇਲਜ਼ਾਮ ਇਹ ਹੈ ਕਿ ਇਹ 10 ਗੁਰੂਆਂ ਤੋਂ ਅਗਾਂਹ ਮੰਨਦਾ, ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਇਸ ਵਾਸਤੇ ਸਿੱਖ ਨਹੀਂ। ਉਹ ਮਤਲਬ ਇਸ ਵੇਲੇ ਆਜ਼ਾਦੀ ਹਿੰਦੁਸਤਾਨ ਤੋਂ ਮਿਲੀ ਹੈ, ਸਾਨੂੰ ਵੀ ਆਜ਼ਾਦੀ ਮਿਲੀ ਹੈ ਵੀ ਜਿਹਨੂੰ ਮਰਜ਼ੀ ਆਖਦੀ ਹੈ ਸਿੱਖ ਦੀ। ਅਤੇ ਸੋ ਐਸੇ ਸਮੇਂ ਵਿੱਚ ਵੀ ਸਤਿਗੁਰਾਂ ਦੀ ਕਿਰਪਾ ਨਾਲ ਸਾਡੇ 'ਤੇ ਸਤਿਗੁਰੂ ਕਿਰਪਾ ਕਰਨ, ਸਾਡੇ ਅੰਦਰ ਉਹਨਾਂ ਵਾਸਤੇ ਬਿਲਕੁਲ ਨਫ਼ਰਤ ਨਾ ਆਵੇ, ਉਹਨਾਂ ਵਾਸਤੇ ਸਾਡੇ ਅੰਦਰ ਪਿਆਰ ਹੋਵੇ। ਪਿਆਰ ਪ੍ਰੇਮ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰੀਏ। ਮੈਂ ਇੱਕ ਵਾਕਿਆ ਦੱਸ ਹੀ ਦਿੰਦਾ ਕਿ ਉਹ ਸੁਲੱਖਣ ਸਿੰਘ ਦੇ ਨਾਲ ਜਿਹੜੇ ਜ਼ਿਆਦਾ
ਜਿੱਦ ਕਰਦੇ ਸਨ ਕਿ ਇਹ ਸਿੱਖ ਨਹੀਂ। ਉਹਦੇ ਨਾਲ ਵੀ ਕੇਸ ਚੱਲਦਾ ਸੀ, ਮੈਨੂੰ ਯਾਦ ਨਹੀਂ ਕੀ ਕੇਸ ਸੀ। ਦੂਜਾ ਖਲੋਤਾ ਸੀ ਨਾ, ਜਿਹੜਾ ਦੂਜੇ ਪਾਸੇ ਖਲੋਤਾ ਸੀ, ਉਹ ਕੇਸ ਬਣ ਅੱਛਾ, ਅਤੇ ਉਹ ਜਿਹੜਾ ਆਦਮੀ ਉਹਦੇ ਖਿਲਾਫ ਖਲੋਤਾ ਸੀ, ਕੁਦਰਤੀ ਉਹਦੇ 'ਤੇ ਇੱਕ ਕੇਸ ਬਣ ਗਿਆ। ਮੈਂ ਸਿਰਫ ਤੁਹਾਨੂੰ ਦੱਸਣ ਲੱਗਾ ਕਿ ਨਫ਼ਰਤ ਨਾਲੋਂ ਪਿਆਰ ਚੰਗਾ। ਅਤੇ ਮੈਨੂੰ ਸੁਲੱਖਣ ਸਿੰਘ ਨੇ ਆਖਿਆ, ਮੈਂ ਕਿਹਾ ਹੁਣ ਬਿਲਕੁਲ ਉਹਦੀ ਮੁਖਾਲਫਤ ਨਹੀਂ ਕਰਨੀ, ਉਹਦੀ ਮਦਦ ਕਰ ਤਗੜਾ। ਸਭਨਾਂ ਕਿਰਪਾ ਕੀਤੀ, ਉਹਦੀ ਮਦਦ ਕੀਤੀ, ਉਹ ਕੇਸ ਠੀਕ ਹੋ ਗਿਆ। ਉਹਨੇ ਜਿਹੜਾ ਇਹਦੇ ਖਿਲਾਫ ਮੁਕਾਬਲਾ ਕਰਦਾ ਸੀ ਉਹ ਛੱਡ ਦਿੱਤਾ। ਅਤੇ ਇੱਕ ਨਿਹੰਗ ਸਿੰਘ ਮੁਕਤਸਰ ਇੱਕ ਨਾਮਧਾਰੀ ਸਿੰਘ ਨਾਲ ਝਗੜਾ ਕੀਤਾ ਅਤੇ ਉਹਦੇ ਸਿਰ 'ਚ ਟੰਗੂਆ ਮਾਰਿਆ ਜਾਂ ਸੋਟਾ ਮਾਰਿਆ, ਸਿਰ ਪਾੜਤਾ। ਬਹੁਤ ਪੁਰਾਣੀ ਗੱਲ। ਅਤੇ ਜਦੋਂ ਪਾੜ ਦਿੱਤਾ ਅਤੇ ਉਹਨੇ ਕੁਛ ਨਹੀਂ ਆਖਿਆ। ਅੱਗੋਂ ਸਮਾਂ ਆਇਆ ਐਸਾ ਕਿ ਉਹ ਨਿਹੰਗ ਸਿੰਘ ਨੂੰ ਉਲਟੀਆਂ ਦਸਤ ਲੱਗ ਗਏ ਅਤੇ ਬਾਹਰ ਕਿਤੇ ਉਹ ਇਕੱਲਾ ਡਿੱਗ ਪਿਆ। ਉਹ ਸਿੱਖ ਜਿਹੜਾ ਸੀ ਕਿਤੇ ਬਾਹਰ ਜੰਗਲ ਪਾਣੀ ਗਿਆ, ਉਹਨੇ ਵੇਖਿਆ ਅਤੇ ਕਿਤੇ ਡਿੱਗਿਆ ਪਿਆ। ਉਹ ਬੇਹੋਸ਼ ਸੀ, ਉਹਨੂੰ ਚੁੱਕ ਕੇ ਘਰ ਲੈ ਆਇਆ। ਜਿਸ ਵੇਲੇ ਘਰ ਲਿਆਇਆ ਨਾ, ਅਤੇ ਉਹਨੇ ਜਦੋਂ ਉਹਨੂੰ ਹੋਸ਼ ਆਈ ਨਾ, ਉਹਦੀ ਸੇਵਾ ਸੁਭਾ ਕੀਤੀ, ਹੋਸ਼ ਆਈ ਤਾਂ ਉਹਨੇ ਵੇਖਿਆ ਮੈਂ ਤਾਂ ਉਹਦੇ ਘਰ 'ਚ। ਉਹ ਡਰ ਗਿਆ ਇੱਕ। ਉਹਨੇ ਕਿਹਾ ਬਿਲਕੁਲ ਨਾ ਡਰ, ਮੈਂ ਤੈਨੂੰ ਮਾਰਨ ਵਾਸਤੇ ਨਹੀਂ ਲਿਆਇਆ, ਸਾਡੇ ਸਤਿਗੁਰੂ ਦਾ ਹੁਕਮ ਹੈ, ਮੈਂ ਤੇਰੀ ਸੇਵਾ ਕਰਨ ਵਾਸਤੇ ਆਇਆ। ਅਤੇ ਉਹ ਜਿਹੜਾ ਸਿੱਖ ਸੀ ਨਾ, ਮੁੜ ਕੇ ਉਹ ਨਿਹੰਗ ਸਿੰਘ ਜਿਹੜਾ ਸੀ ਉਹ ਨਾਮਧਾਰੀ ਬਣ ਗਿਆ। ਐਵੇਂ ਬਣਦਾ ਹੈ। ਹਾਂ, ਉਹ ਫਿਰ ਭੈਣੀ ਸਾਹਿਬ ਆਇਆ ਉਹਦੇ ਨਾਲ। ਮਤਲਬ ਇਸ ਤਰ੍ਹਾਂ ਸਿੱਖ ਬਣਦੇ, ਪ੍ਰਚਾਰ ਨਾਲ ਸਿੱਖ ਬਣਦੇ, ਕਰਨੀ ਨਾਲ ਸਿੱਖ ਬਣਦੇ। ਮੈਂ ਸਮਝਦਾ ਸਤਿਗੁਰੂ ਰਾਮ ਸਿੰਘ ਨੇ ਉਹ ਕੰਮ ਕੀਤੇ ਨੇ ਜਿਹੜੇ ਬਾਣੀ ਦੁਆਰਾ ਲਿਖੇ ਅਤੇ ਪਏ ਸਨ, ਪਰ ਉਹ ਅਮਲ ਵਿੱਚ ਨਹੀਂ ਸਨ ਆਏ। ਇੱਕ ਤਾਂ ਤੁਸੀਂ ਇਹ ਬੜੇ ਇਤਿਹਾਸਕਾਰ ਹੋ, ਧਿਆਨ ਰੱਖਿਓ ਕਿ ਲੱਭਿਓ ਵੀ ਜਿਹੜਾ ਇਹ ਤੁਕਾਂ ਲਿਖੀਆਂ ਨੇ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਕੋਈ ਕਿਸੇ ਗੁਰੂ ਦਾ ਸਿੱਖ ਇਸ ਤਰ੍ਹਾਂ ਸਮੁੰਦਰੋਂ ਪਾਰ ਗਿਆ, ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੂੰ ਉਹ ਸਤਿਗੁਰਾਂ ਨੇ ਸਾਕਾਰ ਕੀਤਾ। ਜਿਹੜੀਆਂ ਇਹ ਤੁਕਾਂ ਲਿਖੀਆਂ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਵਾਹੂ ਕੋ ਲੈ ਸਵਾਰਿਓ, ਕਿਸੂ ਨਦੀ ਨੂੰ ਦੋਸ। ਇਹ ਉਹ ਨਿਹੰਗ ਸਿੰਘ ਵਾਲੀ ਗੱਲ ਜਾਂ ਸੁਲੱਖਣ ਸਿੰਘ ਵਾਲੀ ਸਤਿਗੁਰਾਂ ਦੀ ਕਿਰਪਾ ਨਾਲ ਹੋਈ। ਇਸ ਤਰ੍ਹਾਂ ਗੁਰਬਾਣੀ ਨੂੰ ਅਮਲ ਵਿੱਚ ਲਿਆਂਦਾ ਜਾਵੇ, ਫਿਰ ਸਾਰੇ ਸਿੱਖ ਇਕੱਠੇ ਹੋ ਸਕਦੇ ਨੇ, ਸਿੱਖ ਵੀ ਸਾਰੇ ਹੋ ਸਕਦੇ ਹਨ। ਅਸੀਂ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਅਨੁਸਾਰ ਸਿੱਖ, ਗੁਰਬਾਣੀ ਅਨੁਸਾਰ ਗੁਰੂ ਨੂੰ ਮੰਨੀਏ, ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲੀਏ, ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋ ਜਾਵੇ। ਜੇ ਸਾਨੂੰ ਮਰਨ ਦੀ ਜਾਂਚ ਆ ਜਾਵੇ, ਜਿਉਂ ਦੀ ਆਪੇ ਆ ਜਾਵੇ। ਉਹ ਮੈਂ ਇਹ ਅਰਜ਼ ਕਰਾਂਗਾ ਕਿ ਉਹਨਾਂ ਸ਼ਹੀਦਾਂ ਦੇ ਦਿਨ ਦੇ ਉੱਤੇ ਇਹ ਸਾਨੂੰ ਸਾਰਿਆਂ ਨੂੰ ਯਾਦ ਰੱਖ ਕੇ ਗੱਲ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਇੱਕੋ ਹੀ ਗੱਲ ਕੀਤੀ। ਸਤਿਗੁਰੂ ਰਾਮ ਸਿੰਘ ਦੀ ਜਿਹੜੀ ਚਾਹਨਾ ਸੀ, ਉਹ ਉਹਨੂੰ ਸਤਿਗੁਰੂ ਰਾਮ ਸਿੰਘ ਨੇ ਨਹੀਂ ਆਖਿਆ ਵੀ ਜਾ ਕੇ ਇਸ ਤਰ੍ਹਾਂ ਕਰੋ। ਉਹਨਾਂ ਦੀ ਖਾਸ ਜਿਹੜੀ ਸੀ ਉਹ ਪਹਿਚਾਣ ਕੇ ਅਤੇ ਉਹ ਜਾ ਕੇ ਕੰਮ ਕੀਤਾ। ਹੁਕਮ ਮੰਨਿਆ ਹੋਇਆ ਪ੍ਰਵਾਨ, ਪਹਿਲਾਂ ਹੁਕਮ ਮੰਨੇ ਫਿਰ ਉਹ ਪ੍ਰਵਾਨ ਹੋਵੇ। ਹੁਕਮ ਮੰਨਿਆ ਹੋਇਆ ਪ੍ਰਵਾਨ, ਕਾ ਖਸਮੈ ਕਾ ਮਹਲ ਪਾਏ ਸੀ, ਖਸਮੈ ਭਾਵੈ ਸੋ ਕਰੇ। ਇਹ ਨਹੀਂ ਕੋਈ ਹੁਕਮ ਦੇਣਾ, ਜਿਹੜਾ ਉਹਨੂੰ ਚੰਗਾ ਲੱਗਦਾ ਉਹ ਕਰੇ। ਖਸਮੈ ਭਾਵੈ ਸੋ ਕਰੇ ਤਾਂ ਦਰਗਾਹ ਪੈਦਾ ਜਾਏ। ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਾਹ ਪੈਦਾ ਜਾਏ ਸੀ। ਇਹ ਦਰਗਾਹ ਵਿੱਚ ਜਾਣ ਦਾ ਇੱਕ ਰਾਹ ਦੱਸਿਆ। ਜਿਹੜਾ ਇਸ ਤਰ੍ਹਾਂ ਕਰੇਗਾ ਉਹ ਜਾਵੇਗਾ ਹੀ। ਜਿਹਨੇ ਅੰਮ੍ਰਿਤਸਰ ਵਾਲੀ ਬੱਸ 'ਤੇ ਬਹਿ ਜਾਣਾ ਉਹ ਆਪਣਾ ਦਿੱਲੀ ਨਹੀਂ ਜਾਏਗਾ, ਉਹ ਅੰਮ੍ਰਿਤਸਰ ਹੀ ਜਾਏਗਾ। ਸੋ ਇਸ ਵਾਸਤੇ ਸਤਿਗੁਰਾਂ ਦੇ ਹੁਕਮਾਂ 'ਤੇ ਚੱਲਣ ਵਾਸਤੇ ਕਦੀ ਬਹਿ ਕੇ ਵਿਚਾਰ ਕਰਿਆ ਕਰੋ। ਇਹ ਵਿਚਾਰ ਕਰਕੇ ਕਿੰਨੇ ਥਾਂ ਵਿਕੇ ਨੇ, ਠੇਕੇ 'ਚ ਕਿੰਨਾ ਘਾਟਾ, ਕਿੰਨਾ ਵਾਧਾ ਪਿਆ ਹੈ, ਕਿ ਇਸ ਸਾਲ ਪੈਸੇ ਕਿੰਨੇ ਕਮਾਏ ਨੇ, ਤੇਰਾ ਮੁੰਡੇ ਦਾ ਵਿਆਹ ਹੋ ਗਿਆ ਕਿ ਨਹੀਂ ਹੋ ਗਿਆ। ਇਹ ਨਿੱਕੀਆਂ ਭੈੜੀਆਂ ਜਿਹੀਆਂ ਗੱਲਾਂ ਜਿਹੜੀਆਂ ਦਾ ਮਤਲਬ ਵੀ ਕੋਈ ਨਹੀਂ, ਉਹ ਹਰ ਵੇਲੇ ਦਿਮਾਗ 'ਚ ਰਹਿੰਦੀਆਂ ਨੇ। ਪਰ ਜਿਹੜੇ ਸਤਸੰਗ ਵਾਲੇ ਪਾਸੇ ਤੁਰਦੇ ਨੇ, ਉਹਨਾਂ ਵਾਸਤੇ ਇਹ ਹੁਕਮ ਹੈ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਤੁਸੀਂ ਖੁਸ਼ਵੰਤ ਸਿੰਘ ਹੋਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੇਗੇ, ਜਿਹੜੇ ਪੜ੍ਹੇ ਨੇ, ਨਹੀਂ ਵੀ ਪੜ੍ਹੇ, ਉਹਨਾਂ ਦਾ ਨਾਮ ਬੜਾ ਮਸ਼ਹੂਰ ਹੈ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਸਿੱਖ ਖਾਲਸਾ ਕੌਮ। ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਨੂੰ ਸਿਰਫ ਇੱਕ ਨਾਮਧਾਰੀ ਨੇ ਜਿਨ੍ਹਾਂ ਨੇ ਪ੍ਰਵਾਨ ਨਹੀਂ ਕੀਤਾ, ਬਾਕੀ ਸਾਰਿਆਂ ਨੇ ਪ੍ਰਵਾਨ ਕਰ ਲਿਆ ਸੀ। ਹਰ ਸਿੱਖ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਸੀ। ਅਤੇ ਇਹ ਅੰਗਰੇਜ਼ਾਂ ਦੇ
ਇਤਿਹਾਸ ਵਿੱਚ ਲਿਖਿਆ ਹੈ। ਮੈਂ ਅੰਗਰੇਜ਼ੀ ਪੜ੍ਹਿਆ ਨਹੀਂ, ਸ਼ਾਇਦ ਮੇਰੇ ਕੋਲੋਂ ਉਹਦੇ 'ਚ ਗਲਤੀ ਨਾ ਹੋ ਜਾਏ। ਇਟ ਇਜ਼ ਇੰਪੋਸੀਬਲ ਫਾਰ ਏ ਕੂਕਾ ਟੂ ਬੀ ਦੀ ਲਾਇਲ ਸਬਜੈਕਟ ਆਫ ਬ੍ਰਿਟਿਸ਼ ਗਵਰਨਮੈਂਟ। ਕੂਕਾ ਅੰਗਰੇਜ਼ ਸਰਕਾਰ ਦਾ ਵਫਾਦਾਰ ਨਹੀਂ ਹੁੰਦਾ। ਇਹ ਲੱਭਿਓ ਇਤਿਹਾਸ 'ਚੋਂ ਵੀ ਹੋਰ ਕਿਸੇ ਪਾਸੇ ਵੀ ਲਿਖਿਆ ਹੈ। ਸੋ ਉਹਨਾਂ ਨੇ ਧਰਮ ਨੂੰ ਦ੍ਰਿੜ ਕਰਾਇਆ, ਉਹਦੇ ਨਾਲ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ। ਅੰਗਰੇਜ਼ਾਂ ਦੀ ਡਾਕ ਦਾ ਬਾਈਕਾਟ, ਅੰਗਰੇਜ਼ਾਂ ਦੀ ਰੇਲ ਦਾ ਬਾਈਕਾਟ, ਅੰਗਰੇਜ਼ਾਂ ਦੇ ਸਕੂਲਾਂ ਦਾ ਬਾਈਕਾਟ, ਅੰਗਰੇਜ਼ਾਂ ਦੀ ਕਚਹਿਰੀ ਦਾ ਬਾਈਕਾਟ, ਇੱਥੋਂ ਤੱਕ ਵੀ ਜਿਹੜੇ ਨਹਿਰਾਂ 'ਤੇ ਰੁੱਖ ਲੱਗੇ ਸਨ ਸਿੱਖ ਉਹ ਦਾਤਨ ਨਹੀਂ ਸਨ ਕਰਦੇ, ਨਹਿਰ ਦਾ ਪਾਣੀ ਨਹੀਂ ਸਨ ਪੀਂਦੇ ਵੀ ਅੰਗਰੇਜ਼ ਦੀ ਗੱਡੀ, ਰੇਲ 'ਤੇ ਨਹੀਂ ਸਨ ਚੜ੍ਹਦੇ। ਸੋ ਇਹ ਬੜੀ ਵੱਡੀ ਗੱਲ ਸੀ ਜਿਹੜੀ ਸਤਿਗੁਰੂ ਰਾਮ ਸਿੰਘ ਨੇ ਕਰਵਾਈ। ਉਹਦੇ ਨਾਲ ਜਿਹੜੇ ਦਰਖਤ ਨੇ ਨਹਿਰ ਦੇ ਉੱਤੇ ਉਹਨਾਂ ਦੀ ਛਾਵੇਂ ਨਹੀਂ ਸਨ ਪੈਂਦੇ ਵੀ ਅੰਗਰੇਜ਼ ਲਵਾਏ। ਇਹ ਗੱਲ ਕੁਛ ਆਦਮੀਆਂ ਦੇ ਖਿਆਲ ਮੁਤਾਬਕ ਤੇ ਵਹਿਮ, ਪਰ ਕੁਛ ਆਦਮੀਆਂ ਦੇ ਖਿਆਲ ਮੁਤਾਬਕ ਸਹੀ ਰਾਹ ਹੈ। ਸਾਡੇ ਦਾਦੀ ਜੀ ਮਾਤਾ ਜੀਵਨ ਕੌਰ ਜੀ ਹੁੰਦੇ ਸਨ ਅਤੇ ਉਹਨਾਂ ਨੇ ਨਾ ਇਹ ਆਖਣਾ ਵੀ ਜਿਹੜਾ ਗੁੜ ਜਾਂ ਖੰਡ ਦਾ ਸ਼ਰਬਤ ਬਣਾਇਆ ਜਾਂ ਦੁੱਧ 'ਚ ਵੀ ਮਿੱਠਾ ਪਾਇਆ, ਉਹਦੇ ਵਿੱਚ ਕਿੱਕਰ ਦੀ ਦਾਤਣ ਫੇਰ ਕੇ ਨਹੀਂ ਰਲਾਉਣਾ। ਮਤਲਬ ਕਿੱਕਰ ਦੇ ਸੱਕ ਦਾ ਅਤੇ ਮਿੱਠੇ ਦਾ ਸ਼ਰਾਬ ਬਣਦਾ, ਇੰਨੀ ਦੂਰ ਰਹਿਣਾ ਉਹਦੇ ਤੋਂ। ਇਹ ਤਾਂ ਬੜੀ ਦੂਰੋਂ ਹੀ ਮਾਰ ਕਰ ਜਾਂਦਾ, ਪਰ ਸਾਨੂੰ ਤਾਂ ਇਸ ਗੱਲ ਦਾ ਹੁਣ ਪਰਹੇਜ਼ ਕੋਈ ਨਹੀਂ। ਸਤਿਗੁਰੂ ਕਿਰਪਾ ਕਰਨ, ਸਾਡੇ ਅੰਦਰ ਸਿੱਖੀ ਵਸੇ, ਸਤਿਗੁਰੂ ਵਸੇ। ਜੇ ਸਤਿਗੁਰੂ ਸਾਡੇ ਅੰਦਰ ਵਸ ਜਾਏ ਤਾਂ ਸਿੱਖੀ ਆਪੇ ਸਾਡੇ ਅੰਦਰ ਆਏਗੀ। ਅਤੇ ਮੈਂ ਇਹਨਾਂ ਸ਼ਬਦਾਂ ਨਾਲ ਸਾਰੇ ਆਏ ਹੋਏ ਜਿਹੜੇ ਸਰੀਰ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਸ ਕਰਕੇ ਸਾਡੇ ਜੌਹਰ ਸਾਹਿਬ ਜਿਹੜੇ ਨੇ, ਮੈਨੂੰ ਉਹਨਾਂ ਕੋਲ ਡਰ ਆਉਂਦਾ, ਇਹ ਇਸ ਗੱਲ ਤੋਂ ਗੁੱਸੇ ਹੁੰਦੇ ਨੇ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਲੱਭਿਆ ਲੱਭਦੇ ਨਹੀਂ, ਮੈਂ ਇਹਨਾਂ ਨੂੰ ਆਖਿਆ ਬਈ ਤੁਸੀਂ ਲੱਭਿਆ ਨਹੀਂ ਲੱਭਦੇ, ਬੜੀ ਮੁਸ਼ਕਿਲ ਨਾਲ ਆਖਦੇ ਨੇ ਤੁਸੀਂ ਜੇ ਮੇਰੇ ਕੋਲ ਹੱਥ ਹੋਏ ਕੋਲ ਨਹੀਂ ਦਿਓ, ਮੈਂ ਹੀ ਨਹੀਂ ਆਉਂਦਾ ਕੋਲ ਮੇਰੀ ਕਿੱਡੀ, ਉਹਦਾ ਜਵਾਬ ਨਹੀਂ ਆਉਂਦਾ। ਮਲਕੀਤ ਸਿੰਘ ਜੀ ਦਾਖਾ ਦੇ ਆ ਕੇ ਅੱਜ ਸਰਦਾਰ ਬੇਅੰਤ ਸਿੰਘ ਉਹਨਾਂ ਦੀ ਯਾਦ ਤਾਜ਼ਾ ਕਰਾਈ ਹੈ। ਸੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਜਿਹੜੇ ਸਰਦਾਰ ਬੇਅੰਤ ਸਿੰਘ ਦੇ ਖਿਲਾਫ ਲੈਕਚਰ ਕਰਦੇ ਸਨ ਨਾ, ਉਹ ਐਸਾ ਮੌਕਾ ਸੀ, ਉਹ ਬਾਹਰ ਉੱਠ ਕੇ ਸਰਦਾਰ ਬੇਅੰਤ ਸਿੰਘ ਦੇ ਖਿਲਾਫ ਲੈਕਚਰ ਵੀ ਨਹੀਂ ਸਨ ਕਰ ਸਕਦੇ। ਇਹ ਵੀ ਬੇਅੰਤ ਸਿੰਘ ਨੇ ਹੀ ਕਰਨ ਲਾਇਆ ਉਹਨਾਂ ਨੂੰ ਵੀ ਆਓ ਬਾਹਰ ਨਿਕਲੋ, ਤਗੜੇ ਹੋ ਕੇ ਲੈਕਚਰ ਕਰੋ, ਮਾਹੌਲ ਬਣਾਤਾ ਇਹੋ ਜਿਹਾ। ਉਹ ਇੱਕ ਸਮਾਂ ਐਸਾ ਆਇਆ ਜਿਹਦੇ ਨਾਲ ਉਹ ਇੱਕ ਫੁੱਲ ਖਿੜਿਆ, ਉਹ ਛੱਡ ਗਿਆ। ਜਿਸ ਤਰ੍ਹਾਂ ਤਾਰੇ ਟੁੱਟਦੇ ਨੇ, ਬੜੇ ਤਾਰੇ ਥੋੜ੍ਹੀ ਰੋਸ਼ਨੀ ਵਿਖਾ ਕੇ ਅਤੇ ਖਤਮ ਹੋ ਜਾਂਦੇ ਨੇ। ਕੋਈ ਤਾਰਾ ਐਸਾ ਟੁੱਟਦਾ ਉਹਦੀ ਲੀਕ ਬੜਾ ਚਿਰ ਤੱਕ ਰਹਿ ਜਾਂਦੀ ਹੈ। ਤਾਂ ਮੈਂ ਇਹਨਾਂ ਸ਼ਬਦਾਂ ਨਾਲ ਆਪੋ ਅੱਗੇ ਲਵਾਂ। ਗੁਰੂ ਤੇਗ ਬਹਾਦਰ ਦਾ ਦਿਨ ਸੀ, ਉਹਨਾਂ ਨੇ ਸਾਨੂੰ ਜਾਚ ਦੱਸੀ। ਗੁਰੂ ਅਰਜਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ। ਮੈਂ ਇੱਕ ਗੱਲ ਮੈਂ ਹੋਰ ਵੀ ਕਰ ਲਵਾਂ। ਗੁਰੂ ਤੇਗ ਬਹਾਦਰ ਦਾ ਦਿਨ ਮਨਾ ਰਹੇ ਹਾਂ। ਇਹ ਸ਼ਹੀਦੀਆਂ ਕਿੰਨੀਆਂ ਪਵਿੱਤਰ ਸਨ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਢਿਲਵਾਂ ਗਏ ਨੇ, ਜਦੋਂ ਗੁਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ ਚੱਲੀ ਸੀ ਗਿਆਨੀ ਜ਼ੈਲ ਸਿੰਘ ਹੋਰਾਂ ਵਾਲੇ ਵੇਲੇ, ਮੇਰਾ ਖਿਆਲ ਹੈ ਉਹਦੇ ਵਿੱਚ ਹੀ ਅਖਬਾਰਾਂ ਵਿੱਚ ਇਹ ਢਿਲਵਾਂ ਦਾ ਜ਼ਿਕਰ ਆਇਆ ਸੀ। ਢਿਲਵੀਂ ਗੁਰੂ ਸਾਹਿਬ ਗਏ ਨੇ ਅਤੇ ਕੌਰ ਸਾਹਿਬ ਨੇ ਆਖਿਆ, ਸੱਚੇ ਪਾਤਸ਼ਾਹ ਤੁਸਾਂ ਇਹ ਨੀਲਾ ਕਾਲਾ ਬਾਣਾ ਜਿਹੜਾ ਤੁਰਖਾਂ ਵਾਲਾ ਕਿਉਂ ਪਾਇਆ? ਮੈਨੂੰ ਉਹ ਸਾਲ ਨਹੀਂ ਯਾਦ ਆਉਣਾ। ਗੁਰਦੁਆਰਾ ਗਜ਼ਟ ਵਿੱਚ ਇੱਕ ਲੇਖ ਛਪਿਆ ਸੀ ਸੰਤ ਫਤਿਹ ਸਿੰਘ ਜਿਹੜੇ ਸਨ ਉਹਨਾਂ ਦਾ, ਉਹਦੇ 'ਚ ਉਹਨਾਂ ਨੇ ਉਹ ਸ਼ਬਦ ਰਾਮਕਲੀ ਰਾਗ ਦਾ ਲਿਖਿਆ ਸੀ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹ ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਉਹਦੇ 'ਚ ਇੱਕ ਸ਼ਬਦ ਆਉਂਦੀ ਹੈ, ਇੱਕ ਤੁਕ ਆਉਂਦੀ ਹੈ, ਕੋਈ ਓਡਾ ਨੀਲ, ਅੱਗੇ ਲਿਖਿਆ ਸੀ ਮੁਸਲਮਾਨ, ਕੋਈ ਸਪੇਰ ਅੱਗੇ। ਸੋ ਇਹ ਫਿਰ ਇਸ ਬਾਣੇ ਨੂੰ ਸਤਿਗੁਰਾਂ ਨੇ ਲੀਰ ਕਰਕੇ ਪਾੜਿਆ ਅਤੇ ਇਹ ਜਿਹੜੀ ਤੁਕ ਸੀ ਨਾ, ਨੀਲ ਬਸਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਇਹ ਤੁਕ ਉੱਥੇ ਉਲਟਾਈ। 101 ਵੇਰ ਇਹ ਤੁਕ ਉਲਟਾ ਫੜ ਕੇ ਉਹ ਬਾਣਾ ਸਾਰਾ ਪਾੜਿਆ, ਤੁਰਕਾਂ ਵਾਲਾ ਬਾਣਾ ਜਿਹੜਾ ਸੀ। ਅਤੇ ਉਹਦੇ 'ਚ ਚਾਹੇ ਕਦੇ ਇਹ ਕਰਨ ਨਾ, ਹਰ ਸਾਲ ਇਸ ਤਰ੍ਹਾਂ ਕਰਿਆ ਕਰਨ, ਜਾ ਕੇ ਉੱਥੇ ਬਾਣਾ ਪੜ੍ਹਨ ਅਤੇ ਫਿਰ ਸਮਝਦੇ ਵੀ ਦਿਨ ਮਨਾ ਸਕਦੇ ਨੇ। ਸੋ ਮੈਂ ਸਮਝਦਾ ਵੀ ਉਹ ਦਿਨ, ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਉਸ ਬਾਣੇ ਨੂੰ ਧਰਮ ਕਿਵੇਂ ਬਣਾਇਆ ਗਿਆ। ਫਿਰ ਸਤਿਗੁਰਾਂ ਨੇ ਅਰਜ਼ੀ ਕੀਤੀ ਅਤੇ ਤੁਕ ਜਦੋਂ ਉਲਟਾਈ, ਅਤੇ ਤੁਹਾਡੀ ਕੌਰ ਸਾਹਿਬ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਤੁਕ ਉਲਟਾਈ ਬਾਣੀ ਦੀ।
ਤਾਂ ਉਹਨਾਂ ਨੇ ਆਖਿਆ ਇਹਦੇ ਵਾਸਤੇ 7 ਸਿਰ ਦਿੱਤੇ ਨੇ ਤੂੰ ਕਟਾਉਣ ਵਾਸਤੇ। ਕਿਹੜੇ ਕਿਹੜੇ? ਗੁਰੂ ਅਰਜਨ ਦਾ ਸਿਰ, ਗੁਰੂ ਹਰਕ੍ਰਿਸ਼ਨ ਦਾ ਸੀ, ਤੇ ਗੁਰੂ ਤੇਗ ਬਹਾਦਰ ਦਾ ਸੀ। 4 ਸਾਹਿਬਜ਼ਾਦੇ। ਇਹ ਸਿਰ ਕਾਹਦੇ ਵਾਸਤੇ ਦਿੱਤੇ ਨੇ? ਇਹ ਨੀਲੇ ਨੂੰ ਪਾੜਨ ਵਾਸਤੇ, ਖਤਮ ਕਰਨ ਵਾਸਤੇ। ਸਮਝ ਨਹੀਂ ਆਉਂਦੀ ਫਿਰ ਉਹ ਸਾਡਾ ਧਰਮ ਕਿਵੇਂ ਹੈ। ਮੇਰੇ ਨਹੀਂ ਧਿਆਨ ਵਿੱਚ ਇਹ ਗੱਲ ਆਈ, ਤਾਂ ਮੈਂ ਗੁਰੂ ਤੇਗ ਬਹਾਦਰ ਉਹਨਾਂ ਦਾ ਦਿਨ ਹੈ ਅੱਜ, ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ, ਆਪਣੀ ਗੱਲ ਖਤਮ ਕਰਦਾ ਹਾਂ। ਆਪ ਕੀਰਤਨ ਸੁਣਦੇ ਹੋ, ਗੁਰਬਾਣੀ ਸੁਣਦੇ ਹੋ। ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਰੱਜ ਕੇ ਦਰਸ਼ਨ ਕੀਤੇ। ਤੁਸੀਂ ਇਹ ਵੇਖੋ ਭਈ ਭਜਨ ਬਾਣੀ ਦਾ ਕਿੰਨਾ ਸਵਾਦ ਹੈ। ਸਵਾਦ ਮਾਇਆ ਦਾ ਹੀ ਬੜਾ ਹੈ, ਪਰ ਉਹ ਖਿੰਨ ਭੰਗਰ ਹੈ। ਸਤਿਗੁਰਾਂ ਨੇ ਬਾਣੀ ਦੁਆਰਾ ਲਿਖਿਆ, ਪਾਵਤ ਰਲਿਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰੁਲਿਆ, ਕਾਨ ਕੁੰਡਲੀਆ ਬਸਤਰ ਓਢਲੀਆ, ਸੇਜ ਸੁਖਲੀਆ ਮਨ ਗਰ ਬਲੀਆ। ਤਲੇ ਤਲੇ ਕੁੰਚਰੀਆ, ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲੀਆ, ਮਾਇਆ ਛਲੀਆ ਵਿਕਾਰ ਬਿਖਲੀਆ, ਸਰਨ ਨਾਨਕ ਹਰਿ ਰੂਪ ਸੁੰਦਰੀਆ, ਅਨਿਕ ਸਤਰੀਆ, ਹਰਿ ਰਸ ਬਿਨ ਸਭ ਸਵਾਦ ਫਿਕਰੀਆ। ਫੈਸਲਾ ਦਿੱਤਾ ਹੈ ਸਤਿਗੁਰਾਂ ਨੇ, ਮਾਇਆ ਛਲੀਆ ਵਿਕਾਰ ਬਿਖਲੀਆ, ਸਰਨ ਨਾਨਕ ਹਰਿ ਪੁਰਖ ਦਇਲੀਆ। ਸਵਾਦ ਮਾਇਆ ਦਾ ਵੀ ਬੜਾ ਹੈ। ਵਧੀਆ ਕੱਪੜੇ ਪਾ ਕੇ ਆਦਮੀ ਵੇਖਦਾ ਹੈ ਕਿ ਮੈਂ ਬੜਾ ਖੂਬਸੂਰਤ ਹੋ ਗਿਆ, ਸੁੰਦਰ ਹੋ ਗਿਆ। ਇੱਕ ਤਾਂ ਇਹ ਗੱਲ ਹੈ ਵੀ ਜੋ ਸੁੰਦਰਤਾ ਅਕਾਲ ਪੁਰਖ ਨੇ ਆਦਮੀ ਨੂੰ ਦੇ ਦਿੱਤੀ ਹੈ ਨਾ, ਉਹਦਾ ਚਿਹਰਾ ਮੋਹਰਾ ਜੋ ਕੁਛ ਬਣਾ ਦਿੱਤਾ, ਉਹ ਕਿੰਨੇ ਹੀ ਕੱਪੜੇ ਪਾਈ ਜਾਵੇ ਵਧੀਆ ਤੋਂ ਵਧੀਆ, ਜੇ ਉਹਦੀ ਸੁੰਦਰਤਾ ਸਰੀਰ ਵਿੱਚ ਨਹੀਂ, ਉਹ ਕਿਸੇ ਅਰਥ ਨਹੀਂ ਆਉਂਦੇ। ਜੇ ਆਦਮੀ ਨੂੰ ਪੂਰੀ ਸੁੰਦਰਤਾ ਅਕਾਲ ਪੁਰਖ ਨੇ ਦੇ ਦਿੱਤੀ ਹੈ, ਭਾਵੇਂ ਮੈਲੇ ਕੱਪੜੇ ਪਾਵੇ ਨਾ, ਉਹ ਉਹਨਾਂ ਕੱਪੜਿਆਂ 'ਚ ਵੀ ਸੋਹਣਾ ਲੱਗਦਾ। ਪਰ ਇਸ ਤੋਂ ਅਗਲੀ ਗੱਲ ਹੋਰ ਹੈ, ਜਿਹੜੀ ਅੰਦਰਲੀ ਸੁੰਦਰਤਾ ਗੁਰੂ ਜਿਹਨਾਂ ਨੂੰ ਦਿੰਦਾ ਹੈ, ਉਹ ਸਭ ਤੋਂ ਵਧੀਆ। ਉਹ ਇੱਥੇ ਵੀ ਸੁੰਦਰ ਨੇ ਅਤੇ ਅੱਗੇ ਜਾ ਕੇ ਵੀ ਸੁੰਦਰ ਨੇ। ਮੈਂ ਜਿਹੜੀ ਹੁਣ ਗੱਲ ਕਰਨੀ ਆ, ਮੇਰਾ ਜੀਤ ਕੀਤਾ ਸੀ ਮੈਂ ਕੱਲ੍ਹ ਨੂੰ ਕਰਾਂ, ਹੋਰ ਸਾਰੇ ਆ ਜਾਣ, ਪਰ ਫਿਰ ਇਹ ਗੱਲ ਭੁੱਲ ਨਾ ਜਾਏ। ਤੁਹਾਡੇ ਬੱਚੇ ਜਿਹੜੇ ਨੇ, ਉਹਨਾਂ ਨੂੰ ਤੁਸੀਂ ਦੁਨਿਆਵੀ ਵਿੱਦਿਆ ਪੜ੍ਹਾਉਂਦੇ ਹੋ, ਪੈਸੇ ਕਮਾਉਣ ਦੀ ਜਾਚ ਦੱਸਦੇ ਹੋ। ਕਈ ਤਾਂ ਇਸ ਤਰ੍ਹਾਂ ਹੋ ਜਾਂਦੇ ਨੇ, ਪੈਸੇ ਕਮਾਉਂਦੇ ਕਮਾਉਂਦੇ ਉਹ ਸਿਰਫ ਇਸੇ ਕੰਮ 'ਤੇ ਹੋ ਜਾਂਦੇ ਨੇ ਵੀ ਮੈਂ ਫਲਾਣੇ ਆਦਮੀ ਦੇ ਪੈਸੇ ਕਿਵੇਂ ਠੱਗਾ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਇਸ ਤਰ੍ਹਾਂ ਕਿਸੇ ਨੇ ਆਖਿਆ ਵੀ ਤੂੰ ਇਹ ਕੰਮ ਕਿਉਂ ਕਰਦਾ, ਉਹਦਾ ਸਾਡਾ ਤਾਂ ਵਿਹਾਰ ਹੈ, ਬਿਜ਼ਨਸ ਹੈ ਸਾਡਾ ਇਹ। ਉਹ ਇਸ ਗਲਤ ਪਾਸੇ ਇਸ ਤਰ੍ਹਾਂ ਚਲੇ ਜਾਂਦੇ ਨੇ, ਜਾਂ ਜਿਨ੍ਹਾਂ ਦਾ ਮੁੜ ਕੇ ਮੁੜਨਾ ਬੜਾ ਮੁਸ਼ਕਿਲ ਹੋ ਜਾਂਦਾ। ਸਤਿਗੁਰਾਂ ਦੇ ਉਪਦੇਸ਼ ਬਾਰ-ਬਾਰ ਤਾਂ ਸੁਣਿਆ ਕਿ ਛੋਟੇ ਹੁੰਦਿਆਂ ਤੋਂ, ਬਚਪਨ ਤੋਂ ਜਿਨ੍ਹਾਂ ਦੀ ਜ਼ਿੰਦਗੀ ਸੌਰਦੀ ਹੈ, ਉਹ ਜਰਾ ਠੀਕ ਰਹਿੰਦੇ ਨੇ। ਜਿਸ ਤਰ੍ਹਾਂ ਕੱਚੇ ਭਾਂਡੇ 'ਤੇ ਜਿਹੜੀਆਂ ਲੀਕਾਂ ਪੈ ਜਾਣ, ਉਹਨੂੰ ਜੋ ਆਵੀ 'ਚ ਰੱਖ ਕੇ ਪਕਾ ਦਿੱਤਾ ਜਾਵੇ ਤਾਂ ਫਿਰ ਉਹ ਲੀਕਾਂ ਨਹੀਂ ਮਿਟਦੀਆਂ। ਜਿਹੜੇ ਛੋਟੇ ਬੱਚੇ ਨੇ, ਇਹਨਾਂ ਨੂੰ ਬਾਣੀ ਕੰਠ ਕਰਾਓ, ਇਹਨਾਂ ਨੂੰ ਭਜਨ ਕਰਨ ਦੀ ਜਾਚ ਦੱਸੋ। ਕਿਸੇ ਵੇਲੇ ਇਹਨਾਂ ਨੂੰ ਭੈਣੀ ਸਾਹਿਬ ਲਿਜਾ ਕੇ ਵਿਖਾਓ ਕਿ ਇਹਨਾਂ ਜਿੱਡੇ ਬੱਚੇ ਸਵੇਰੇ 2 ਵਜੇ ਇਸ਼ਨਾਨ ਕਰਕੇ ਆ ਕੇ ਸਿਮਰਨ ਵਿੱਚ ਬੈਠ ਜਾਂਦੇ ਨੇ। ਇਹਨਾਂ ਨੂੰ ਵੀ ਜਾਚ ਆਵੇ ਇਸ ਗੱਲ ਦੀ
ਤੁਹਾਡੇ ਸਕੂਲਾਂ ਦੇ ਟੂਰ ਜਾਂਦੇ ਨੇ, ਦੁਨਿਆਵੀ ਚੀਜ਼ਾਂ ਵੇਖਦੇ ਨੇ ਜਾ ਕੇ, ਸਕੂਲਾਂ ਕਾਲਜਾਂ 'ਚ ਵੇਖਦੇ ਨੇ ਕਿ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਹੈ। ਤਾਂ ਤੁਸੀਂ ਇਹ ਵੇਖੋ ਵੀ ਨਾਮ ਸਿਮਰਨ ਵਾਲੀ ਪੜ੍ਹਾਈ ਜਿਹੜੀ ਉਹ ਕਿਵੇਂ ਹੁੰਦੀ ਹੈ, ਉਹ ਕਿਵੇਂ ਅਸਾਂ ਕਰਾਉਣੀ ਹੈ। ਜਿਹੜੇ ਤੁਹਾਡੇ 8-10 ਸਾਲ ਦੇ ਬੱਚੇ, ਉਹਨਾਂ ਨੂੰ ਤੁਸੀਂ ਇੱਕ ਵਕਤ ਬਣਾਓ ਇੱਥੇ ਬਾਣੀ ਕੰਠ ਕਰਨ ਬਹਿ ਕੇ। ਜਿਹੜੇ ਵੱਡੇ ਬਜ਼ੁਰਗ ਨੇ ਉਹ ਵੀ ਕਿਰਪਾ ਕਰਨ, ਇੱਕ ਵਕਤ ਕੱਢਣ ਆਪਣਾ, ਜਿਨ੍ਹਾਂ ਦੀ ਬਾਣੀ ਨਹੀਂ ਯਾਦ ਉਹ ਬਾਣੀ ਕੰਠ ਕਰਨ। ਤੁਹਾਡੇ ਡਾਕਟਰਗੰਜ ਵਿੱਚ ਜਿਸ ਵੇਲੇ 3 ਵੱਜ ਜਾਣ ਤਾਂ ਕੋਈ ਜੀ ਸੁੱਤਾ ਨਾ ਦਿਸੇ, ਉੱਥੇ ਸਵੇਰੇ ਤੜਕੇ ਉੱਠ ਕੇ ਭਜਨ ਕਰਿਆ ਕਰੋ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਤੁਸੀਂ ਕਈ ਵਾਰੀ ਸੁਣਦੇ ਹੋ। ਸਤਿਗੁਰੂ ਰਾਮ ਸਿੰਘ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਹੁਕਮ ਦਿੱਤਾ ਕਿ ਜਿਹੜਾ ਸਵਾ ਪਹਿਰ ਦੇ ਤੜਕੇ ਉੱਠ ਕੇ ਭਜਨ ਕਰਦਾ ਉਹਨੂੰ 100 ਮਣ ਮੋਤੀ ਦਾਨ ਕੀਤੇ ਦਾ ਫਲ ਪ੍ਰਾਪਤ ਹੁੰਦਾ ਹੈ। ਤੁਸੀਂ ਦੇਖੋ ਵੀ ਕਿੰਨੇ ਸਰੀਰ ਇਕੱਠੇ ਹੋ ਕੇ ਮੋਤੀ ਦਾਨ ਕਰ ਸਕਦੇ ਹੋ 100 ਮਣ, ਪਰ ਇਸ ਗੱਲ ਨਾਲ ਤੁਸੀਂ ਇਹ ਕਰ ਸਕਦੇ ਹੋ। ਜਿਹੜੇ ਤੁਹਾਡੇ ਛੋਟੇ ਬੱਚੇ ਨੇ, ਕਈ ਵਾਰ ਦਿਲ ਵਿੱਚ ਬੜੀ ਗੱਲ ਹੁੰਦੀ, ਪਰ ਜਿੰਨੀ ਸਤਿਗੁਰੂ ਕਿਰਪਾ ਕਰੇ ਉਨੀ ਪੂਰੀ ਹੋ ਸਕਦੀ ਹੈ। ਆਪਣਾ ਆਦਮੀ ਕੁਛ ਨਹੀਂ ਕਰ ਸਕਦਾ। ਸਤਿਗੁਰਾਂ ਨੇ ਹੁਕਮ ਦਿੱਤਾ ਕਿ ਹਰ ਇੱਕ ਸਿੱਖ ਦੇ ਬੱਚੇ ਵਿੱਚੋਂ ਕੁਝ ਨਾ ਕੁਝ ਰਾਗ ਦੀ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਹੈ। ਇੱਥੇ ਕੋਈ ਨਾ ਕੋਈ ਰਾਗ ਸਿਖਾਉਣ ਵਾਲੇ ਜ਼ਰੂਰ ਹੋਣਗੇ। ਉਹਨਾਂ ਨੂੰ ਥੋੜ੍ਹਾ ਬੜਾ ਸੁਰ ਦਾ ਗਿਆਨ ਹੋ ਜਾਏ, ਅੱਗੋਂ ਫਿਰ ਉਹਨਾਂ ਨੂੰ ਜਿਹੜੇ ਰੀਤਾਂ ਨੇ ਉਹ ਵੀ ਕਰਵਾਈਆਂ ਜਾ ਸਕਦੀਆਂ ਨੇ, ਪਰ ਪਹਿਲਾਂ ਬੱਚਿਆਂ ਨੂੰ ਸੁਰ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਉਹਨਾਂ ਦਾ ਅੱਧਾ ਘੰਟਾ ਉਹਨਾਂ ਦਾ ਹਿੱਸਾ ਇਹੋ ਜਿਹਾ ਰੱਖੋ ਜਿਹੜਾ ਜਾਂ ਤਾਂ ਉਹ ਆਪਣੇ ਕਿਸੇ ਉਸਤਾਦ ਕੋਲੋਂ ਸਿੱਖਣ, ਜਾਂ ਇੱਥੇ ਬੈਠ ਕੇ ਸਕੂਲ ਬਣਾ ਲਓ ਜਿਹਦੇ 'ਚ ਉਹ ਆ ਕੇ ਦੱਸ ਕੇ ਜਾਇਆ ਕਰੇ ਸਾਜ਼ ਵਜਾਉਣਾ ਜਾਂ ਗਾਉਣਾ, ਸੁਰ ਭਰਨੇ। ਉਸ ਤੋਂ ਅੱਗੇ ਜਾ ਕੇ ਫਿਰ ਜਿਹੜੇ ਇਹਨਾਂ ਨਹੀਂ ਕਰਦੇ, ਸੁਰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਫਿਰ ਢੋਲਕ ਛੈਣਾ ਦਾ ਦੀਵਾਨ ਲੱਗੇ, ਉਹਨਾਂ ਨੂੰ ਜਾਚ ਆਵੇ। ਤੁਸੀਂ ਦੇਖੋ ਛੋਟੇ ਛੋਟੇ ਬੱਚੇ ਭੈਣ ਸਾਹਿਬ ਦੇ ਸਕੂਲ ਦੇ ਕਿਸ ਤਰ੍ਹਾਂ ਦੀਵਾਨ ਲਾਉਂਦੇ ਨੇ, ਉਹਨਾਂ ਦੀਆਂ ਕੈਸਟਾਂ ਵਿਖਾਇਆ ਕਰੋ ਇੱਥੇ ਕਿ ਕਿਸ ਤਰ੍ਹਾਂ ਦੀਵਾਨ ਲੱਗਦੇ ਨੇ। ਬੱਚਿਆਂ ਨੂੰ ਵੇਖ ਕੇ ਬੱਚਿਆਂ ਦਾ ਜੀਅ ਕਰੇਗਾ ਵੀ ਅਸੀਂ ਵੀ ਉਸ ਤਰ੍ਹਾਂ ਦਾ ਦੀਵਾਨ ਲਾਈਏ। ਕਈ ਤਾਂ ਕੈਸਟ ਤੋਂ ਹੀ ਸੁਣ ਕੇ, ਇੱਕ ਪ੍ਰਭਜੀਤ ਨਾਂ ਦਾ ਮੁੰਡਾ ਹੈ, ਉਹ ਹਰੀ ਪ੍ਰਸਾਦ ਚੌਰਸੀਆ ਜੀ ਦੀ ਬੰਸਰੀ ਦੀ ਕੈਸਟ ਸੁਣ ਕੇ ਹੀ ਉਹਨੇ ਬਹੁਤ ਕੁਝ ਯਾਦ ਕਰ ਲਿਆ। ਉਸ ਤਰ੍ਹਾਂ ਹੀ ਵਜਾਉਂਦਾ ਉਹ। ਜਿਹਨਾਂ ਨੂੰ ਸ਼ੌਕ ਹੋਵੇ ਉਹ ਸਾਰਾ ਕੁਝ ਕਰ ਸਕਦੇ ਨੇ। ਤਗੜੇ ਹੋ ਕੇ ਉੱਦਮ ਕਰੋ। ਅਤੇ ਤੜਕੇ 3 ਵਜੇ ਉਠਾਉਣ ਦੀ ਜ਼ਿੰਮੇਵਾਰੀ ਲਓ। ਕੋਈ ਜਾਣਾ ਜਿਹੜੇ ਮੁਹੱਲੇ 'ਚ ਹੈਗੇ ਨੇ ਉੱਥੋਂ ਦੇ ਸਿੰਘ ਜ਼ਿੰਮੇਵਾਰੀ ਲੈਣ। ਉਹ ਸਾਰੇ ਆ ਕੇ ਸਵੇਰੇ, ਇੱਕ ਅੱਧਾ ਸੀ ਕੋਈ ਘਰ 'ਚ ਰਹਿ ਜਾਏ ਕੋਈ ਚੋਰੀ ਚਾਰੀ ਹੋਣ ਦੇ ਡਰ ਤੋਂ, ਬਾਕੀ ਸਾਰੇ ਇੱਥੇ ਆ ਕੇ 3 ਵਜੇ ਤੋਂ ਲੱਗ ਕੇ ਨਾਮ ਸਿਮਰਨ ਕਰਿਆ ਕਰ। ਪੂਰਾ ਇੱਕ ਸਵਾ ਪਹਿਰ ਜਿਹੜਾ ਨਾ ਉਹ ਸਵੇਰੇ ਨਾਮ ਸਿਮਰਨ 'ਚ ਲੱਗੇ। ਫਿਰ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਦਿਨੇ ਕਰੋ, ਸ਼ਾਮ ਨੂੰ ਰਹਿਰਾਸ ਦਾ ਪਾਠ ਹੋਵੇ, ਬਾਣੀਆਂ ਕੰਠ ਹੋਣ, ਇਸ ਪਾਸੇ ਤਗੜੇ ਹੋ ਕੇ ਲੱਗੋ। ਸਾਰਿਆਂ ਉਦਮਾਂ 'ਚੋਂ ਇਹ ਉਦਮ ਭਲਾ ਹੈ ਜਿਹੜਾ ਨਾਮ ਜਪਣ ਵਾਲਾ ਪਾਸਾ ਹੈ। ਬਾਕੀ ਚੀਜ਼ਾਂ ਸਭ ਇੱਥੇ ਰਹਿ ਜਾਣੀਆਂ। ਅਤੇ ਇਹ ਤੁਸੀਂ ਵੇਖ ਲਓ ਵੀ ਜੇ ਅਸੀਂ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋ ਸਕੀਏ, ਉੱਥੇ ਲਿਖਿਆ ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਪਰ ਸੇਵਕ ਸਿਰਫ ਲਿਖਿਆ ਜਾਂ ਬੋਲਿਆ ਨਹੀਂ ਹੁੰਦਾ, ਸੇਵਕ ਦੀ ਤਾਰੀਫ ਵੀ ਬਾਣੀ 'ਚ ਲਿਖੀ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛ ਨ ਜਨਾਇਆ। ਆਪਣੀ ਹਕੀਮੀ ਨਾ ਕਰੇ, ਆਪਣੀ ਹਿਕਮਤ ਨਾ ਕਰੇ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਰ ਧਿਆਵੈ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਹ ਕਾਮੀ। ਸੇਵਾ ਕਰਦਾ ਕਰਦਾ ਉਹਦੀ ਕਾਮਨਾ ਕੋਈ ਨਾ ਰਹਿ ਜਾਏ। ਤਾ ਕੋ ਹੋ ਜਿਸ ਕਾ ਹੋਤ ਪ੍ਰਾਪਤ ਸੁਆਮੀ। ਇਹ ਉਸ ਨੂੰ ਪ੍ਰਾਪਤੀ ਹੁੰਦੀ ਜਿਹਦੇ ਅੰਦਰ ਕੋਈ ਕਾਮਨਾ ਨਾ ਰਹਿ ਜਾਏ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਮਗਰੀ, ਇੱਕ ਸਹਿ ਦੀ ਹੈ ਰੀਤ। ਇੱਕ ਕਸ ਸਿਓ ਮਨ ਮਾਨਿਆ, ਤਾ ਹੋਆ ਨਿਸ਼ਚਲ ਚੀਤ। ਇੱਕ ਸਵਾਮੀ ਪ੍ਰੇਮਾਨੰਦ ਜੀ ਹਿਸਾਰ ਕਈ ਵਾਰ ਮਿਲਦੇ ਹੁੰਦੇ ਨੇ। ਉਹ ਇੱਕ ਦਿਨ ਆਪਣਾ ਵਿਖਿਆਨ ਕਰਦਿਆਂ ਉਹਨਾਂ ਨੇ ਦੱਸਿਆ, ਇੱਕ ਭਗਤ ਸੀ, ਉਹ ਰੋਜ਼
ये मंगया करे कि मैनू कोठी मिल जाए, मैनू कपड़ा मिल जाए, मेरी रोटी का काम चल जाए, मेरा विआह हो जाए, मेरे बड़िया ही मंगा मंगे तो कोई मंग उसकी पूरी ना हो। भजन करद्या 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 उसकी अवस्था इत्थे पहुँच गई कि उसनूं भगवान ने आख्या भाई दस की मंगदा तूं। आंदा हुण तो मैनूं लोड़ ही नहीं रही, जो मैनूं लोड़ सी उदों कित्थे गया सन। अरदास सुनी दातार प्रभ ढाडी को महल बुलावै, प्रभ देख दिया दुख भुख गई, ढाडी को मंगण चित ना आवै। तो तगड़े होकर उद्यम करो, बच्चों नूं ये जाच सिखाओ कि पैसा कमाना बड़ी औखी गल है, पर छड्डना इदों भी औखी गल है। ये नहीं भी पैसे ना होण, कोठियां ना होण, सब कुछ होवे, पर उन्हां नाल चंबड़े ना आदमी पकड़ना हो, इस तरह हालत हो जाती। तुसीं ध्यान नाल सच्ची मुची वेखो भी मेरी गल गलत है कि ठीक है। जिस आदमी के पिंडे से जख्म हो जाए ना तो वो कोई पट्टी बन देन ना, जो पट्टी लाउण लग देन ना, उस वेले उसकी हालत देखो भी चंबड़ी होंदी पट्टी नाल, जो लाउण लग्या फिर की हालत होंदी है, पर लाउणी ही पैंदी है, जख्म धोना हुंदा। तो इस तरह की हालत हो जाती है माया विच। बाणी भी सौरां ने बड़ा कुछ लिखा, मरकट मुष्टि अनाज की मन बौरा रे, लीनी हाथ पसार छूटन को सहसा भरिया मन बौरा रे, नाचिओ कर कर बार। बांदर नूं फड़न लगदे ने, कुजी दे विच वो ठोक के ना लकड़ दे विच उहनूं कुजी नूं बंन दिंदे ने पक्की तरह, हिले ना किते कुजी ते उहनूं उहदे विच दाणे पा दिंदे ने। बांदर आ के दाणे फड़दा, उसदी मुट्ठी मीठी हुंदी है ना, तो मुट्ठी छड्डदा भी मेरे दाने ना डिग पैण, ते ना मुट्ठी मीठियां विचों निकलदी है। ये आदमी की हालत हो जाती माया दे विच। जिस वेले वो सगरू वाला पासा छड्डदा, उहदे उत्ते इस तरह लिखिआ, अनेक उपाव करे माया धन कारण, अगला धन भी उड गया। एक आदमी कोई कड़ाह प्रसाद वरताउंदा सी, ਉਹਨੂੰ ਲੇਟੀ ਵਿਆਹ ਕੜਾਹ ਪ੍ਰਸਾਦ ਨੂੰ ਜਿਹੜੇ ਜਰਾ ਕੋ ਥੋੜ੍ਹਾ ਜਿਹਾ ਉਹਦਾ ਵੱਤਰ ਨਾ ਠੀਕ ਰਹੇ ਤੇ ਉਹ ਲੱਕੜ ਦੀ ਕੜਛੀ ਨਾਲ ਵਰਤਾਉਂਦਾ ਸੀ। ਵਰਤਾਉਂਦਿਆਂ ਇੱਕ ਆਦਮੀ ਦੇ ਕੋਲ ਗਿਆ ਤੇ ਉਹਦੇ ਨਾ ਥਾਲੀ ਵਿੱਚ ਉਹਨੇ ਇਸ ਤਰ੍ਹਾਂ ਉਹਨੂੰ ਕੜਛੀ ਪਾ ਕੇ ਨਾ ਲੇਟੀ ਤੇ ਇਸ ਤਰ੍ਹਾਂ ਉਹ ਲਵੇ ਨਾ ਨਾਲ ਉਹਦੇ, जिस लवे ना तो इस तरह करद्या करद्या जी वो थाली च पई सी ना, वो भी नाल लग गई कड़छी दे लग, आंदा मेरी अगली भी लै गया तू। वो इस तरह माया की हालत हो जाती है। तो तगड़े हो उद्यम करो तो बच्चों नूं बाणी कंठ कराओ, भजन कराओ, पर इस वास्ते नहीं बच्चे पाठ करन ते उहदे पैसे लैण। बच्चे पाठ करन, उन्होंने अपनी जिंदगी सौरे, जिहड़ा सुने ਉਹਦਾ भी मन सगरू वाले पासे लगे, इस काम वाले पासे लाओ। तो जी तुहानूं गल आखी है ना भी हर एक बच्चे चों कुछ ना कुछ राग की खुशबू जरूर आनी चाहिए। हुक्म सगरू प्रताप सिंह सच्चे पातशाह का, उन्होंने सगुरां का हुक्म है जिन्होंने ये इतिहास दसेगा किसी दिन भी किसी ने इस तरह नहीं किया जिस तरह सगरू प्रताप सिंह सच्चे पातशाह ने किया। जो पाकिस्तान बनया तो किसी को नहीं पता भी इस निकलना पैना, सगुरां ने हुक्म दे के अंदर उतों कढ़िया पाकिस्तान तो फिर इत्थे लिया के सगुरां ने जो लोगों की रियासतां टुट गई तो तुहाडी रियासत उत्थे बना दी। वो भजन बाणी नाल सारी गल हो सकती, सगुरां दा हुक्म मनण नाल हो सकती है। उस तरीके का सेवक बने जिहड़ा बाणी सगुरां ने लिखिआ, तां ये काम हो सकदा। सो तगड़े होकर उद्यम करो। जिन्ने तुहाडे 8-10 साल के बच्चे ने उन्होंने उत्थे लैके आओ, 9 बजे मैं उत्थे उन्होंने मिलांगा तो तुहानूं भी बेनती करांगा उन्होंने एक वक्त बनाओ, इकट्ठे होकर बाणी कंठ करन, 1 तुक 2 तुक रोज़ दी कंठ करन। जो मुड़ के आना सानूं पता लगे भाई किन्ने शरीरां ने बाणी कंठ की है, किन्ने शरीरां भैणी साहब हाज़री लगती है काफ़ी, वो कमजोरियां तो बड़ियां आउंदियां ने। किसी वेले तो 500 की गिनती हो जाती, तो किसी वेले गिनती 90 के करीब रह जाती है। पर कुछ ना कुछ सगुरां की कृपा ना होंदा, जिहड़ा हर सारा साल ही प्रयोग जिहड़ा चालू सगुरां ने कृपा की होंदा। फिर कई बार कुछ करना पैंदा, फिर इन्होंने रस्त बंद करो, इन्होंने दुध बंद करो, इस वास्ते फिर वो कई बार मन भी जाते हैं। चलो ठीक है, तो तुसीं भी ये उद्यम करो, बच्चों बाणी कंठ कराओ, भजन कराओ, तो ताकि सगुरां दे हुक्मां ते चलीए।
ਜਦੋਂ ਬੱਚੇ ਵੱਡੇ ਹੋਣ ਕਦੇ ਉਹਨਾਂ ਨੂੰ ਪਤਾ ਲੱਗੇ ਜਾਂ ਇਸ ਸੰਸਾਰ ਤੋਂ ਜਾਣ ਵੇਲੇ ਕਿ ਸਾਡੇ ਮਾਤਾ ਪਿਤਾ ਨੇ ਸਾਡਾ ਕੁਝ ਜਮ੍ਹਾਂ ਕੀਤਾ ਜਿਸ ਨਾਲ ਸਾਡਾ ਪਾਰ ਉਤਾਰਾ ਹੋਣਾ। ਮੈਂ ਇਹ ਕਰਕੇ ਜਿਸ ਪਰਿਵਾਰ ਦੇ ਵਿੱਚ ਅਸੀਂ ਬੈਠੇ ਹਾਂ, ਸੰਤ ਉੱਤਮ ਸਿੰਘ ਉਹਨਾਂ ਦਾ ਨਾਮਧਾਰੀ ਪੰਥ ਵਿੱਚ ਬਹੁਤ ਅੱਗੇ ਹੈ। ਉਹਨਾਂ ਦੇ ਪਿਤਾ ਸੰਤ ਜੀਵਾ ਸਿੰਘ ਹੋਰੀ ਜਦੋਂ ਸੰਤ ਉੱਤਮ ਸਿੰਘ ਹੋਰਾਂ ਨੇ ਜਾ ਕੇ ਮੁਕਤਸਰ ਵੇਖਿਆ ਦੀਵਾਨ ਲੱਗਾ ਹੈ ਅਤੇ ਬੜੇ ਮਸਤਾਨੇ ਹੁੰਦੇ ਨੇ, ਛਾਲਾਂ ਮਾਰਦੇ ਨੇ, ਅਤੇ ਉਹਨਾਂ ਨੇ ਆ ਕੇ ਆਪਣੇ ਪਿਤਾ ਜੀ ਨੂੰ ਆਖਿਆ ਭਈ ਇਸ ਤਰ੍ਹਾਂ ਦਾ ਪੰਥ ਵੇਖਿਆ, ਮੈਂ ਜੀ ਕਰਦਾ ਮੈਂ ਉਹਨਾਂ ਨਾਲ ਜਾ ਕੇ ਮਿਲ ਜਾਵਾਂ। ਉਹਨਾਂ ਨੇ ਆਖਿਆ ਤੂੰ ਥੋੜ੍ਹਾ ਜਿਹਾ ਠਹਿਰ 6 ਮਹੀਨੇ, ਜੇ ਤੇ ਠੀਕ ਪੰਥ ਹੋਇਆ ਚੱਲੇਗਾ, ਨਹੀਂ ਤਾਂ ਆਪੇ ਖਤਮ ਹੋ ਜਾਣਾ ਪੰਥ। ਉਹਨਾਂ ਆਖਿਆ ਤੂੰ 6 ਮਹੀਨਿਆਂ ਦਾ, ਮੈਂ 1 ਮਿੰਟ ਨਹੀਂ ਰਹਿ ਸਕਦਾ। ਸਤਿਗੁਰਾਂ ਨੇ ਕਿਰਪਾ ਕੀਤੀ, ਭੈਣੀ ਸਾਹਿਬ ਜਾ ਕੇ ਉਹਨਾਂ ਨੇ ਅੰਮ੍ਰਿਤ ਛਕਿਆ, ਭਜਨ ਪੁੱਛਿਆ। ਸੁਬਹ ਮਸਤਾਨ ਸੁਰਾਂ ਨੇ ਦਰਸ਼ਨ ਦੇ ਪੁਰਾਣੇ ਬਜ਼ੁਰਗਾਂ ਨੇ ਬਹੁਤ ਸਾਰਿਆਂ ਨੇ ਕੀਤੇ, ਮੈਂ ਵੀ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਦਰਸ਼ਨ ਕੀਤੇ ਨੇ। ਭੈਣੀ ਸਾਹਿਬ ਇੱਕ ਵਾਰ ਕੜਾਹ ਪ੍ਰਸ਼ਾਦ ਜਦੋਂ ਲਿਆਉਂਦੇ ਸਨ ਤਾਂ ਉਹ ਅੱਗੇ ਲਾ ਕੇ ਸ਼ਬਦ ਪੜ੍ਹਦੇ ਹੁੰਦੇ ਸਨ, ਧੁਰੋਂ ਪਤਾਲੋਂ ਲਈ ਕੜਾਹੀ। ਅਤੇ ਬਹੁਤ ਕਿਰਪਾ ਸੀ ਉਸ ਪਰਿਵਾਰ 'ਤੇ। ਹਰਦੇਵ ਸਿੰਘ ਉਹਨਾਂ ਦੀ ਬੜੀ ਕਿਰਪਾ ਰਹੀ ਹੈ। ਇਹ ਹੁਣ ਸੰਤ ਉੱਤਮ ਸਿੰਘ ਹੋਰੀ, ਮੁਸਤਾਨ ਸਿੰਘ ਹੋਰੀ, ਹਰਦੇਵ ਸਿੰਘ ਅਤੇ ਬੂਟਾ ਸਿੰਘ, ਇਹ ਚੌਥੇ ਥਾਂ ਆ ਗਿਆ, ਪੰਜਵਾਂ ਇਹਨਾਂ ਦਾ ਲੜਕਾ ਅੱਗੋਂ। ਇਸ ਤਰ੍ਹਾਂ ਹੀ ਜਿਹੜੇ ਆਦਮੀ ਦੁਕਾਨਾਂ ਬਣਾਉਂਦੇ ਨੇ ਨਾ, ਉਹ ਦੁਕਾਨ 'ਤੇ ਲਿਖਦੇ ਨੇ ਇਹ 1832 ਤੋਂ ਦੁਕਾਨ ਚੱਲਦੀ ਆ। ਉਹਦਾ ਬੜਾ ਉਹਨਾਂ ਨੂੰ ਮਾਣ ਹੁੰਦਾ ਇਸ ਗੱਲ ਦਾ। ਸਾਨੂੰ ਵੀ ਬੜਾ ਸਤਿਗੁਰਾਂ ਦੀ ਕਿਰਪਾ ਨਾਲ ਇਸ ਪਰਿਵਾਰ 'ਤੇ ਮਾਣ ਹੈ। ਸੰਸਾਰ ਦੇ ਵਿੱਚ ਸਤਿਗੁਰਾਂ ਨੇ ਬਾਣੀ 'ਚ ਲਿਖਿਆ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇੱਕ ਪਾਸੇ ਸੰਸਾਰ ਦੀ ਰੀਤ ਚੱਲਦੀ ਹੈ, ਇੱਕ ਪਾਸੇ ਧਰਮ ਦੀ ਰੀਤ ਚੱਲਦੀ ਹੈ, ਸਤਿਗੁਰੂ ਦੀ। ਜਿਹੜੇ ਸਤਿਗੁਰੂ ਵਾਲੇ ਪਾਸੇ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਸੁਬਹ ਮੇਲਾ ਸੁਣਾ ਕੋ ਸੁਣਿਆ ਹੀ, ਸਤਿਗੁਰ ਸੇਠੀ ਰਤਿਆ, ਫਿਰ ਉਹ ਦਰਗਾਹ ਪਾਈਆ ਠਾਓ ਵਾਲੀ ਗੱਲ ਹੋ ਜਾਂਦੀ ਆ। ਪਰ ਜਿਹੜੇ ਦੋ ਬੇੜੀਆਂ 'ਚ ਲੱਤ ਰੱਖਦੇ ਨੇ, ਮੇਰੇ ਦਿਲ 'ਚ ਬੜੀ ਗੱਲ ਆਈ ਕਿ ਜਿਹੜੇ ਦੋ ਬੇੜੀਆਂ 'ਚ ਲੱਤ ਰੱਖਦੇ ਨੇ ਉਹ ਪਾਰ ਨਹੀਂ ਹੋ ਸਕਦੇ। ਅਤੇ ਜੇ ਕੋਈ ਬੰਦਾ ਆਖੇ ਮੈਂ ਸੰਸਾਰ ਵਾਲੀ ਬੇੜੀ 'ਚ ਲੱਤ ਇੱਕੋ ਜਿਹੀ ਰੱਖ ਲਾਂਗਾ, ਪਾਰ ਨਹੀਂ ਹੋ ਸਕਦਾ। ਫਿਰ ਵੀ ਉਹ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਹੁਤੀ ਕਿਰਪਾ ਕੀਤੀ। ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਜਿਸ ਤਰ੍ਹਾਂ ਚੜ੍ਹਦੀਆਂ ਕਲਾ ਵਿਖਾਈਆਂ, ਨਾਮ ਜਪਣ ਲੋਕਾਂ ਨੂੰ ਲਾਇਆ, ਮਾਸ ਸ਼ਰਾਬ ਛਡਾਇਆ, ਸੰਸਾਰੀ ਰੀਤਾਂ ਛਡਾਈਆਂ। ਫਿਰ ਤੁਸੀਂ ਇਸ ਪਿੰਡ ਵਾਲੇ ਜਿੰਨੇ ਨਾਮਧਾਰੀ ਹੋ, ਤੁਹਾਨੂੰ ਚਾਹੀਦਾ ਹੈ ਵੀ ਤੁਸੀਂ ਕੋਈ ਵੀ 3 ਵਜੇ ਤੋਂ ਬਾਅਦ ਸੁੱਤਾ ਨਾ ਹੋਵੇ ਤੁਹਾਡੇ ਇੱਥੇ। ਭਾਈ ਵਜੀਰ ਸਿੰਘ ਹੋਰਾਂ ਦੇ ਦਰਸ਼ਨ ਗਈਆਂ ਬਜ਼ੁਰਗਾਂ ਨੇ, ਇੱਥੋਂ ਵਾਲਿਆਂ ਨੇ ਕੀਤੇ ਹੋਣਗੇ। ਉਹਨਾਂ ਨੇ ਸਾਨੂੰ ਜਿਹੜਾ ਸਰੀਰ 4 ਵਜੇ ਨਾ ਉੱਠੇ, ਦੀਵਾਨ 'ਚ ਆਵੇ ਤਾਂ ਉਹਨਾਂ ਨੇ ਬਿਮਾਰ ਹੋਣਾ ਤਾਂ ਨਹੀਂ ਉੱਠਿਆ 4 ਵਜੇ। ਜਿਹੜਾ ਨਾ ਬਿਮਾਰ ਹੋਏ ਜ਼ਰੂਰ ਉੱਠਦਾ ਸੀ। ਚੌਥਾ ਪੈਰ ਸੁਬਾਹ ਕਹਿ ਸੁਰਤਿਆ ਉਪਜੈ ਚਾਓ, ਤਿੰਨਾਂ ਦਰਿਆਵਾ ਸੇ ਉਹ ਦੋਸਤੀ ਮਨਮੁਖ ਸੱਚਾ ਨਾਓ। ਇਹ ਰੀਤ ਜਿਹੜੀ ਸਤਿਗੁਰਾਂ ਨੇ ਚਲਾਈ ਹੈ ਸੰਸਾਰ ਤੋਂ ਵੱਖਰੀ। ਸੰਸਾਰ ਨੇ ਸੁੱਤੇ ਰਹਿਣਾ ਅਤੇ ਤੁਸੀਂ ਉੱਠ ਕੇ ਸਵੇਰੇ ਨਾਮ ਜਪਣਾ। ਤੁਸੀਂ ਜ਼ਿਮੀਂਦਾਰ ਹੋ ਜਿਹੜੇ, ਤੁਹਾਨੂੰ ਪਤਾ ਵੀ ਜਿਹੜਾ ਸਵੇਰੇ ਉੱਠ ਕੇ ਜੋਤਰਾ ਲਾਵੇ ਨਾ, ਉਹਨੂੰ ਦਿਨ ਚੜੇ ਜਾ ਕੇ ਜੋਤਰਾ ਲਾਉਣ ਵਾਲਾ ਕਦੇ ਨਹੀਂ ਲੱਗ ਸਕਦਾ। ਦਿਨ ਚੜੇ ਬਿਰਤੀ ਹੋਰ ਹੋ ਜਾਂਦੀ ਹੈ। ਸੋ ਮੈਂ ਤੁਹਾਨੂੰ ਇਹ ਗੱਲ ਕਰਨੀ ਵੀ ਸਵੇਰੇ ਉੱਠ ਕੇ ਸਵਾ ਪਹਿਰ ਦੇ ਤੜਕੇ ਜ਼ਰੂਰ ਭਜਨ ਕਰਿਆ ਕਰੋ। ਮਾਈਆਂ ਵੀ, ਸਿੰਘ ਵੀ, ਬੱਚਿਆਂ ਨੂੰ ਵੀ ਲਾਇਆ ਕਰੋ। ਸਤਿਗੁਰਾਂ ਕਿਰਪਾ ਕੀਤੀ ਹੈ, ਭੈਣੀ ਸਾਹਿਬ ਛੋਟੇ ਛੋਟੇ ਬੱਚੇ ਵੀ ਆ ਕੇ ਬਹਿ ਜਾਂਦੇ ਨੇ। ਅਤੇ ਬੱਚਿਆਂ ਨੂੰ ਤੁਸੀਂ ਨਹਾਉਣ ਦੀ ਜਾਚ ਸਿਖਾਉਂਦੇ ਹੋ, ਕੱਪੜੇ ਪਾਉਣ ਦੀ ਸਿਖਾਉਂਦੇ ਹੋ, ਖਾਣ ਦੀ ਸਿਖਾਉਂਦੇ ਹੋ, ਸਕੂਲੇ ਜਾਣ ਦੀ ਸਿਖਾਉਂਦੇ ਹੋ। ਇੱਥੇ ਸਭ ਤੋਂ ਪਹਿਲਾਂ ਇਹ ਜਾਚ ਸਿਖਾਓ ਵੀ ਸਵੇਰੇ ਉੱਠ ਕੇ ਨਾਮ ਸਿਮਰਨ ਕਿਵੇਂ ਕਰਨਾ ਹੈ। ਉਹਦੇ 'ਚ ਆਪਣੇ ਨਾਲ ਸ਼ਰੀਕ, ਆਪਣੇ ਨਾਲ ਹਿੱਸੇਦਾਰ ਬਣਾਓ।
ਜਦੋਂ ਤੁਸੀਂ ਪ੍ਰਸ਼ਾਦਾ ਛਕਣ ਲੱਗਦੇ ਹੋ ਘਰ 'ਚ ਤੁਹਾਡਾ ਬੱਚਾ ਰਹਿਣਾ ਕੋਲ ਹੋਵੇ ਤੁਹਾਨੂੰ ਸਵਾਦ ਨਹੀਂ ਆਉਂਦਾ ਰੋਟੀ ਦਾ। ਅਤੇ ਇਸੇ ਤਰ੍ਹਾਂ ਹੀ ਨਾਮ ਸਿਮਰਨ ਵਾਲੇ ਪਾਸੇ ਵੀ ਬੱਚਿਆਂ ਨੂੰ ਕੋਲ ਬਿਠਾ ਕੇ ਨਾਮ ਸਿਮਰਨ ਕਰਾਇਆ ਕਰੋ। ਸਵੇਰੇ ਉੱਠ ਕੇ ਸਣੀ ਕਿਸੇ ਇਸ਼ਨਾਨ ਕਰਾਇਆ ਕਰੋ। ਉਹਨਾਂ ਨੂੰ ਆਦਤ ਪਾ ਦਿਓ ਕਿ ਉਹ ਸਵੇਰੇ ਉੱਠ ਕੇ ਇਸ਼ਨਾਨ ਕਰਨ। ਅਤੇ ਉਹਦੇ ਨਾਲ ਕੀ ਹੁੰਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇੱਕ ਇੱਕ ਘੰਟਾ ਸਾਰੇ ਨਾਮ ਸਿਮਰਨ ਕਰਿਆ ਕਰੋ। ਹਰ ਘਰ ਪ੍ਰਤੀ, ਹਰ ਜੀਅ ਪ੍ਰਤੀ ਇੱਕ ਇੱਕ ਪਾਠ ਆਦਿ ਜਾਂ ਦਸਮ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵਿੱਚ ਜ਼ਰੂਰ ਕਰਿਆ ਕਰੋ। ਇਹ ਕਰਕੇ ਆਪ ਤੋਂ ਅੱਗੇ ਲਵਾਂਗਾ। ਮੈਂ ਜਿਹੜੀ ਤੁਹਾਡੇ ਕੋਲ ਅਰਜ਼ ਕਰਨੀ ਉਹ ਇਹ ਹੈ ਭਈ ਸਮਾਂ ਇਸ ਵੇਲੇ ਬੜਾ ਤੇਜ਼ੀ ਨਾਲ ਖਰਾਬੀ ਵਾਲੇ ਪਾਸੇ ਜਾ ਰਿਹਾ। ਅਤੇ ਸਭ ਤੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਜਿੰਨੇ ਵੀ ਗੁਨਾਹ ਨੇ ਉਹਨਾਂ ਸਭ ਤੋਂ ਵੱਡਾ ਗੁਨਾਹ ਉਹਨਾਂ 'ਚ ਇਹ ਹੈ ਵੀ ਗੁਰੂ ਤੋਂ ਬੇਮੁਖ ਹੋਣਾ। ਸਤਿਗੁਰਾਂ ਦੇ ਹੁਕਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ 6 ਹੱਤਿਆ ਨੇ ਬਹੁਤ ਵੱਡੀਆਂ ਵੱਡੀਆਂ, ਅਤੇ ਉਹ ਸਾਰੀਆਂ ਇਕੱਠੀਆਂ ਹੋ ਕੇ ਵੀ ਨਾ ਇਹਦਾ ਮੁਕਾਬਲਾ ਨਹੀਂ ਕਰਦੀਆਂ, ਭਾਵੇਂ ਕਿੰਨੀਆਂ ਵੱਡੀਆਂ ਹੱਤਿਆ ਨੇ ਉਹ। ਅਤੇ ਇੱਥੇ ਤੁਸੀਂ ਵੇਖਿਆ ਕਿ ਵੱਡੇ ਵੱਡੇ ਸੋਧੀ, ਨਿਤਨੇਮੀ ਅਤੇ ਭਜਨ ਕਰਨ ਵਾਲੇ ਜਿਹੜੇ ਸਨ, ਉਹ ਜਦੋਂ ਪੈਰ ਉਖੜਿਆ ਨਾ ਅਤੇ ਉਹਨਾਂ ਦੇ ਉਹ ਸਮਝਦੇ ਰਹੇ ਵੀ ਅਸੀਂ ਸੋਧੀ ਹਾਂ, ਅਸੀਂ ਨਿਤਨੇਮੀ ਹਾਂ ਸਾਡੇ ਵਾਸਤੇ। ਪਰ ਉਹ ਜਿਹੜੇ ਇਸ ਪਾਸੇ ਪੈਰ ਉਖੜ ਗਿਆ, ਪਾਕਿਸਤਾਨ ਬਣਿਆ, ਅਤੇ ਉਹਦੇ 'ਚ ਸੰਤ ਸਰਦਾਰਾ ਸੁਣੀ ਹਕੀਮ ਜਿਹੜੇ ਸਨ ਉਹ ਬੜੇ ਵੱਡੇ ਸੋਧੀ ਸਨ, ਨਿਤਨੇਮੀ ਸਨ, ਭਜਨ ਬਾਣੀ ਕਰਨ ਵਾਲੇ ਸਨ। ਅਮਰ ਸਿੰਘ ਤ੍ਰਿਗੜੀ ਦਾ ਸੀ, ਮੈਨੂੰ ਹੋਰ ਸਾਰੇ ਯਾਦ ਨਹੀਂ, ਜਿਹੜੇ 5-7 ਬੰਦੇ ਨਾ ਉਹਨਾਂ ਦੇ ਮਨ 'ਚ ਆ ਗਿਆ ਉਹ ਬੰਦੇ ਥੋੜ੍ਹੇ ਬਦਲ ਜਾਣੇ ਨੇ, ਪਾਕਿਸਤਾਨ ਬਣਨਾ, ਹਕੂਮਤ ਬਦਲਣੀ ਹੈ, ਕੋਈ ਲੋੜ ਨਹੀਂ ਜਾਣ ਦੀ। ਸਤਿਗੁਰਾਂ ਨੇ ਹੁਕਮ ਮੋੜਿਆ, ਮਲੇਛਾਂ ਦੇ ਹੱਥੋਂ ਮਰੇ। ਉਹ ਇੱਥੇ ਆ ਕੇ ਵੀ ਜਿਨ੍ਹਾਂ 'ਤੇ ਸਤਿਗੁਰਾਂ ਕਿਰਪਾ ਰੱਖੀ ਉਹ ਰਹੇ, ਅਤੇ ਬਾਕੀ ਦੇ ਜਿਹੜੇ ਸਨ ਉਹ ਇੱਕ ਐਸੇ ਵਹਿਣੇ 'ਚ ਰੁੜ ਗਏ ਭਈ ਇਹ ਜ਼ਮੀਨ ਦੇ ਪਿੱਛੇ ਲੱਗ ਗਏ, ਰਿਸ਼ਤੇਦਾਰਾਂ ਦੇ ਪਿੱਛੇ ਲੱਗ ਗਏ, ਮਾਇਆ ਦੇ ਪਿੱਛੇ ਲੱਗ ਗਏ। ਅਤੇ ਉਹਨਾਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਵੀ ਸਤਿਗੁਰ ਮਾਇਆ ਦੇ ਪਿੱਛੇ ਲੱਗੇ ਆਪ ਸਨ, ਉਲਟਾ ਕੰਮ ਕਰਨਾ ਸ਼ੁਰੂ ਕਰਤਾ। ਜਦੋਂ ਸਿਆਸਤ ਆ ਜਾਂਦੀ ਨਾ ਆਦਮੀ 'ਚ, ਉਹ ਫਿਰ ਸਿਆਸਤ ਵਿੱਚ ਆਦਮੀ ਇਹੋ ਹੀ ਕੁਛ ਚਾਹੁੰਦਾ ਕਿ ਮੈਂ ਬਹੁਤ ਚੰਗਾ, ਮੇਰਾ ਵਿਰੋਧੀ ਬਹੁਤ ਮਾੜਾ ਹੈ। ਜਦੋਂ ਆ ਜਾਂਦਾ ਧਰਮ ਸਤਿਗੁਰੂ ਵਾਲਾ ਪਾਸਾ ਆਉਂਦਾ ਤਾਂ ਉੱਥੇ ਫਿਰ ਥੀ ਹੋ ਪਵਾਹੀ ਦੱਬ ਜੇ ਸਾਈਂ ਲੋੜਾ ਸਭ ਇੱਕ ਛਿਜਾ ਹੈ ਬਿਆਲ ਤਾੜੀ ਹੈ ਤਾਂ ਸਾਈਂ ਦਾ ਦਰਵਾੜੀ ਹੈ। ਉੱਥੇ ਭਾਵ ਭਗਤ ਕਰ ਨੀਚ ਸਦਾਏ, ਉੱਥੇ ਇਹੋ ਹੀ ਆਖਿਆ ਜਾਂਦਾ ਕਿ ਮੈਂ ਸਭ ਤੋਂ ਮਾੜਾ, ਮੇਰੇ ਨਾਲ ਸਭ ਚੰਗੇ ਨੇ। ਉਹ ਸਿਆਸਤ ਆਈ ਅਤੇ ਉਹਦੇ ਵਿੱਚ ਇਹ ਸਾਰੇ ਸਿਲਸਿਲਾ ਆਇਆ। ਇਹ ਸਤਿਗੁਰਾਂ ਦੀ ਰਜਾ ਹੈ, ਆਦਿ ਕਾਲ ਤੋਂ ਇਹ ਕੰਮ ਚੱਲਿਆ ਹੁੰਦਾ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੁਇ ਫਲ ਲਾਏ। ਮੈਨੂੰ ਪੂਰੀ ਤਰ੍ਹਾਂ ਤੁਖਾਂ ਤੇ ਨਹੀਂ, ਮੈਂ ਪਾਠ ਆਖੇ ਜੀ ਉਹ ਫਲਾਣਾ ਆਦਮੀ ਫਲ ਖਾਣ ਡਿਆ ਅਤੇ ਮੈਂ ਇਸ ਪਾਸੇ ਤੋੜ ਕੇ ਖਾ ਲਿਆ ਤਾਂ ਕੀ ਹੋ ਗਿਆ। ਇਹ ਬੜਾ ਸੋਚ ਕੇ ਇਸ ਪਾਸੇ ਤੁਰਨਾ ਚਾਹੀਦਾ। ਰੋਜ਼ ਆਸਾ ਰਿਵਾਜ਼ ਸੁਣਦੇ ਹਾਂ, ਸੀਸ ਨਿਭਾਇਆ ਕਿਆ ਥੀਆ ਜਾ ਹਿਰਦੈ ਕੁਸੁਧੇ ਜਾਏ। ਜਦੋਂ ਕਿਸੇ ਨੂੰ ਆਖੀਏ ਨਾ, ਜਦੋਂ ਕਿਸੇ ਨੂੰ ਚੜਿਆ ਹੋਵੇ ਨਾ ਗੁੱਸਾ, ਉਹ ਫਿਰ ਇਹ ਸੋਚਦਾ ਹੈ ਭਈ ਸੀਸ ਨਿਵਾਉਣ ਦਾ ਜਿਹੜਾ ਮਤਲਬ ਇਹ ਹੈ ਕਿ ਉਹਦਾ ਕਸੁੱਧੇ ਜਾਣਾ ਜਿਹੜਾ ਸੀਸ ਨਿਵਾਇਆ, ਮੈਂ ਸੀਸ ਨਿਵਾਉਂਦਾ ਹੀ ਨਹੀਂ, ਗੱਲ ਮੁੱਕੀ। ਇਸ ਪਾਸੇ ਤਿਆਰ ਹੋ ਜਾਂਦੇ ਹਾਂ, ਪਰ ਉਧਰ ਨੂੰ ਸਾਡਾ ਜੀਅ ਨਹੀਂ ਕਰਦਾ। ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਰਿਕਾਰਡ ਹੋਇਆ
ਕੋਈ ਦੋ ਬੇੜੀਆਂ ਦੇ ਵਿੱਚ ਲੱਤ ਰੱਖਦਾ ਨਾ ਜਿਹੜਾ ਆਦਮੀ, ਉਹ ਕਦੇ ਪਾਰ ਨਹੀਂ ਲੰਘ ਸਕਦਾ। ਇਹਦੇ ਬੜਾ ਧਿਆਨ ਨਾਲ ਅਗਲੀ ਗੱਲ ਸੁਣਨ ਵਾਲੀ ਤੁਹਾਡੇ। ਹੁਣ ਫਰਜ਼ ਕਰੋ ਇੱਕ ਆਦਮੀ ਆਂਦਾ ਵੀ ਮੈਂ ਚਲੋ ਸਗੁਰਾ ਵਾਲੀ ਬੇੜੀ, ਤੇ ਮੈਨੂੰ ਇੱਕੋ ਹੀ ਗੱਲ, ਮੈਂ ਦੋ ਬੇੜੀਆਂ 'ਚ ਲੱਤ ਰੱਖ ਕੇ ਨਹੀਂ ਪਾਰ ਜਾਂਦਾ, ਅਤੇ ਜਿਹੜਾ ਉਹ ਦੂਜੀ ਬੇੜੀ ਚੜ੍ਹ ਜੂਗਾ ਉਹ ਹੋਊ ਪਾਰ। ਫਿਰ ਇਹ ਸੋਚ ਲਵੇ ਨਾ ਆਦਮੀ ਵੀ ਸਗੁਰਾ ਨੇ ਇਹ ਮੈਂ ਦੋ ਬੇੜੀਆਂ 'ਚ ਚੜ੍ਹਨਾ, ਮੈਂ ਸਗੁਰਾ ਵਾਲੀ ਬੇੜੀ 'ਚ ਨਾ ਜਿਹੜਾ ਦੂਜੀ ਚੜ੍ਹ ਜਾਂਦਾ, ਉਹ ਕਦੇ ਨਹੀਂ ਪਾਰ ਹੋ ਸਕਦਾ। ਉਹਦਾ ਮਤਲਬ ਇਹ ਵੀ ਹੈ ਸੱਚੇ ਪਾਤਸ਼ਾਹ ਦੇ ਵੇਲੇ ਜਦੋਂ ਦੂਸਰੇ ਗੈਰ ਨਾਮਧਾਰੀ ਸਿੱਖ ਆਖ ਦੇਣ, ਉਹ ਗੱਲ ਵੀ ਮਾੜੀ ਹੈ, ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਪਰ ਨਾਮਧਾਰੀ ਵੀ ਕਈ ਇਹੋ ਜਿਹੇ ਸੁਣੇ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਗੁਰਪੀਰ ਸਦਾਏ ਮੰਗਣ ਜਾਏ ਤਿਸਕਾ ਮੂਲ ਨਾ ਲੱਗੀ ਹੈ ਪਾਏ। ਇਹੋ ਜਿਹੀ ਗੱਲ ਜਿਹੜੀ ਹੈ ਜਦੋਂ ਆਦਮੀ ਦੇ ਦਿਲ ਵਿੱਚ, ਉਹ ਆਦਮੀ ਨੂੰ ਨੀਵਾਂ ਲੈ ਜਾਂਦੀ ਹੈ। ਇਹ ਕਿਸ ਤਰ੍ਹਾਂ ਹੁੰਦਾ ਵੀ ਰੋਜ਼ ਹੌਲੀ 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 ਇੱਕ ਗੱਲ ਕੀਤੀ, ਦੂਜੀ ਕੀਤੀ, ਤੀਜੀ ਕੀਤੀ, ਕਰਦਿਆਂ ਕਰਦਿਆਂ ਆਦਮੀ ਫਿਰ ਹੇਠਾਂ ਚਲਾ ਜਾਂਦਾ। ਜੋ ਕੁਝ ਸਗੁਰਾਂ ਦੇ ਖਿਲਾਫ ਕੀਤਾ ਗਿਆ ਇੱਥੇ ਪਾਕਿਸਤਾਨ ਤੋਂ ਬਾਅਦ, ਉਹਨਾਂ ਸਗੁਰਾਂ ਦੇ ਖਿਲਾਫ ਕੀਤਾ ਗਿਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਕੱਢ ਕੇ ਲਿਆਂਦਾ, ਮਰਨੋਂ ਬਚਾਇਆ। ਅਤੇ ਉਹ ਇੱਕੋ ਦਿਨ ਨਹੀਂ ਸੀ ਹੋਇਆ, ਉਹ ਹੌਲੀ 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 ਮੀਟਿੰਗਾਂ ਹੁੰਦੀਆਂ ਰਹੀਆਂ। ਫਿਰ ਉਹਨਾਂ ਨੇ ਸੋਚਿਆ ਬਈ ਇਹਨਾਂ ਦੇ ਵਿੱਚੋਂ ਬੰਦੇ ਪਾੜੀਏ, ਇੱਥੋਂ ਬੰਦੇ ਪਾੜੇ, ਦਿੱਲੀਓਂ ਪਾੜੇ, ਕਿਸ ਕਿਸ ਤਰ੍ਹਾਂ ਦਾ ਕੰਮ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਛ ਹੋਇਆ। 150 ਆਦਮੀ ਬਿਰਧ ਅਤੇ ਬੱਚੇ ਜਾ ਕੇ ਜ਼ਮਾਨਤਾਂ ਵਾਸਤੇ ਜਾਣਾ, ਉਹਨਾਂ ਦੇ ਸਾਧਨ ਕੋਈ ਨਹੀਂ ਸੀ ਜਾਣ ਆਉਣ ਦਾ। ਜਿਨ੍ਹਾਂ ਨੇ ਵੇਖਿਆ ਜ਼ਮਾਨਾ ਉਹਨਾਂ ਨੂੰ ਪਤਾ ਹੈ, ਗਰਮੀ ਹੋਣੀ, ਪਾਣੀ ਨਾ ਮਿਲਣਾ ਪੀਣ ਨੂੰ। ਅਤੇ ਫਿਰ ਪਰ ਇੱਕ ਨਾ ਫਿਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਦਾ ਇਹ ਬਿਰਧ ਹੈ। ਫਿਰ ਸਾਰਿਆਂ ਨੇ ਆਖਣਾ ਵੀ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਜ਼ਮਾਨਤਾਂ ਕਰਾਈ, ਸਗੁਰ ਆਖਿਆ ਨਹੀਂ ਉਹਨਾਂ ਨੇ ਨਹੀਂ ਕਰਾਉਣੀਆਂ। ਅਤੇ ਉਹਦਾ ਨਤੀਜਾ ਇਹ ਹੋਇਆ ਵੀ ਕਿ ਸਾਰੇ ਜਿਹੜੇ ਸਨ ਸਗੁਰਾਂ ਨੇ ਕਿਰਪਾ ਕਰਕੇ ਧੂੜ ਦੇ ਬੱਦਲਾਂ ਨੂੰ ਉਡਾ ਦਿੱਤੇ। ਜਦੋਂ ਇਹ ਗੱਲ ਆਦਮੀ ਦੇ ਦਿਲ 'ਚ ਆ ਜਾਵੇ ਨਾ, ਆ ਗੁਰਮੁਖ ਸਿੰਘ ਡਰਾਈਵਰ ਇੱਥੇ ਹੈਗਾ ਵੱਡਾ, ਮੇਰੇ ਖਿਆਲ ਇੱਥੇ ਹੋਣਾ, ਇਹ ਬੈਠਾ ਹੋਣਾ ਕਿਤੇ ਨਾ ਕਿਤੇ। ਇਹ ਚਲਾ ਗਿਆ, ਹਾਂਜੀ ਚਲਾ ਗਿਆ। ਇਹ